बड़ी उड़ीक सी मॉनसून आवे जे आई है ते उन्हें हर पासे जल थल मचा दी है। जे तो पंजाब की गल करिए जी पंजाब का तो फायदा ही फायदा है। 21 जून ਨੂੰ ਰਿਕਾਰਡ ਬਣਾ ਲਿਆ ਸੀ जी कि 80-85 ਲੱਖ ਨੂੰ ਟੀਕੇ ਲਾ ਦਿੱਤੇ ਵਰਲਡ ਰਿਕਾਰਡ ਇੱਕ ਦਿਨ ਵਿੱਚ। ਚੀਨ ਵਾਲੇ ਕਹਿੰਦੇ ਸਾਡੇ ਕੋਲ ਤਾਂ ਇਸ ਤੋਂ ਵੀ ਵੱਡਾ ਰਿਕਾਰਡ ਹੈ, ਅਸੀਂ 1.5 ਕਰੋੜ ਨੂੰ ਟੀਕੇ ਲਾ ਦਿੱਤੇ ਸੀ ਇੱਕ ਦਿਨ 'ਚ। जी ਪਤਾ ਨਹੀਂ ਉਹ ਸੱਚੇ ਨੇ ਕਿ ਇਹ ਸੱਚੇ ਨੇ। ਭਾਰਤ ਦੇ ਸਾਇੰਸਦਾਨਾਂ ਨੇ ਪਰਮਿੰਦਰ ਜੀ ਇਹ ਗੱਲ ਆਖ ਦਿੱਤੀ ਹੈ ਕਿ ਇਹ ਆਉਣੀ ਅਟਲ ਹੈ जी ਤੀਸਰੀ ਲਹਿਰ। ਤੇ ਇਸ ਸਾਲ ਦੇ ਜਿੰਨੇ ਦਿਨ ਰਹਿ ਗਏ ਨੇ ਸਾਡੇ ਕੋਲ 5 ਮਹੀਨੇ ਕਿੰਨਿਆਂ ਨੂੰ ਟੀਕੇ ਲਾਵਾਂਗੇ ਅਸੀਂ ਤੇ ਕਦੋਂ ਇੱਥੇ ਫਿਰ ਤੀਸਰੀ ਲਹਿਰ ਦਾ ਮੁਕਾਬਲਾ ਕਰਨ ਦੇ ਯੋਗ ਹੋਵਾਂਗੇ। ਡੈਲਟਾ ਪਲੱਸ ਨੂੰ WHO ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਵਿਸ਼ਵ ਸਿਹਤ ਸੰਗਠਨ ਨੇ ਕਹਿ ਦਿੱਤਾ ਹੈ ਕਿ ਬੜਾ ਨਾਸਟੀ ਹੈ, ਖਤਰਨਾਕ ਹੈ। ਭਾਰਤ ਦੇ ਸਾਇੰਸਦਾਨਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਹਿ ਦਿੱਤਾ ਹੈ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਵੀ ਤੇ ਰਾਜ ਸਰਕਾਰਾਂ ਨੂੰ ਵੀ जी ਕਿ ਭਾਈ ਤੁਸੀਂ ਸਿੱਧੇ ਹੋ ਜਾਓ। ਈਰਾਨ, ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿੱਚ ਇੱਕ ਖਾਸ ਪਹਾੜੀਆਂ ਦਾ ਇਲਾਕਾ ਜਿੱਥੇ ਵਰਲਡ ਦੀ 90% ਫੀਮ ਜਿਹੜੀ ਉਹ ਆਈ ਜਾਂਦੀ ਹੈ ਨੌਨ ਮੈਡੀਕਲ ਪਰਪਸ ਵਾਸਤੇ, ਨੌਨ ਫਾਰਮਾਸਿਊਟੀਕਲ ਲਈ। ਕੈਮੀਕਲ ਨਸ਼ੇ ਨੇ ਜਿਹੜੇ ਖਾ ਰਹੇ ਨੇ ਸਾਡੀ ਨੌਜਵਾਨ ਮਾਰੇ ਵੀ ਬਹੁਤ ਗਏ ਨੇ ਮਾਵਾਂ ਦੇ ਪੁੱਤ। ਚੀਨ ਦੇ ਵਿੱਚ ਇੱਕ ਬੱਚਾ ਪਾਲਿਸੀ ਅਡਾਪਟ ਕੀਤੀ ਗਈ ਸੀ 2015 ਚ, ਉਸ ਨੂੰ ਖਤਮ ਕੀਤਾ ਗਿਆ ਤੇ ਹੁਣ 2 ਬੱਚਿਆਂ ਵਾਲੀ ਪਾਲਿਸੀ ਨੂੰ ਵੀ ਬਦਲ ਕੇ ਥੋੜਾ ਜਿਹਾ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਹਿਰ ਇਹ ਮੰਨਦੇ ਨੇ ਕਿ ਫੇਲ ਹੋਈ ਹੈ ਚਾਈਨਾ ਦੀ ਪਾਲਿਸੀ, ਜਿਹੜੀ ਬਾਰ-ਬਾਰ ਇਹ ਗੱਲ ਕਰਨੀ ਕਿ ਸਿਰਫ ਨਰਿੰਦਰ ਮੋਦੀ ਦਾ ਤੇ ਭਾਜਪਾ ਦਾ ਅਕਸ ਖਰਾਬ। ਕੋਈ ਇੰਨਾ ਵਿਹਲਾ ਹੈ ਕਿ ਸਾਲ ਤੋਂ ਸੜਕਾਂ ਤੇ ਬੈਠਾ ਹੈ। जी 6 ਮਹੀਨੇ ਤਾਂ ਉੱਥੇ ਹੋ ਗਏ ਨੇ, 6 ਤੋਂ ਵੱਧ। जी ਤੇ ਪੰਜਾਬ ਵਿੱਚ ਤਾਂ ਸਾਲ ਤੋਂ ਉੱਪਰ ਹੋ ਗਿਆ ਬੈਠਿਆਂ ਨੂੰ। ਪੰਡਿਤ ਰਾਓ ਧਰਨੇਵਰ ਜਿਹੜੇ ਨੇ ਉਹ ਹੈ ਤੇ ਸਾਊਥ ਦੇ ਜੰਪਲ ਨੇ। ਪੰਜਾਬੀ ਭਾਸ਼ਾ ਬੋਲੀ ਪ੍ਰਤੀ ਉਹਨਾਂ ਦਾ ਲਗਾਅ ਜਿਹੜਾ ਹੈ ਬਹੁਤ ਜ਼ਿਆਦਾ। ਪ੍ਰੋਫੈਸਰ ਸਾਹਿਬ ਨੇ ਇੱਕ ਵੱਡੇ ਪੁਲਿਸ ਅਧਿਕਾਰੀ ਨੂੰ ਮਿਲ ਕੇ ਕੇਸ ਦਰਜ ਕਰਾਉਣ ਦੀ ਗੱਲ ਕੀਤੀ ਹੈ ਸਿੱਧੂ ਮੂਸੇਵਾਲੇ ਦੇ ਖਿਲਾਫ। सत श्री अकाल। पंजाबी नैशनल टीवी ਦੇ ਦਰਸ਼ਕਾਂ ਦਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਹਾਜ਼ਰ ਹਾਂ। ਅੱਜ ਗੱਲ ਮੌਸਮ ਦੀ, ਸਿਆਸਤ ਦੀ, ਕਿਸਾਨ ਆਗੂਆਂ ਤੇ ਚੋਣਾਂ ਦੀ ਤੋਂ ਇਲਾਵਾ ਕੁਝ ਹੋਰ ਵਿਸ਼ਿਆਂ ਤੇ ਕਰਾਂਗੇ ਗੱਲਬਾਤ ਆਪਣੇ ਮਾਹਿਰ ਮਹਿਮਾਨ ਦੇ ਨਾਲ। ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਬਹੁਤ-ਬਹੁਤ ਸਵਾਗਤ ਸਰ ਤੁਹਾਡਾ। ਥੈਂਕ ਯੂ। ਗੱਲ ਮੌਸਮ ਦੀ ਕਰਦੇ ਹਾਂ। ਬੜੀ ਉਡੀਕ ਸੀ ਮੌਨਸੂਨ ਆਵੇ ਜੇ ਆਈ ਹੈ ਤੇ ਉਹਨੇ ਹਰ ਪਾਸੇ ਜਲ ਥਲ ਮਚਾ ਦਿੱਤੀ ਹੈ ਤੇ ਮੌਸਮ ਜਿਹੜਾ ਹੈ ਭਰਵੀਂ ਬਾਰਿਸ਼, ਵਰਤਮਾਨ ਸਥਿਤੀ ਹਿਮਾਚਲ ਤੇ ਹੋਰ ਥਾਵਾਂ ਤੇ ਕਿੰਨਾ ਕੁ ਨੁਕਸਾਨ ਹੋਇਆ। ਜੇ ਤਾਂ ਪੰਜਾਬ ਦੀ ਗੱਲ ਕਰੀਏ ਜੀ ਪੰਜਾਬ ਦਾ ਤੇ ਫਾਇਦਾ ਹੀ ਫਾਇਦਾ ਹੈ। ਜੀ ਕਿਸ ਦਾ ਫਾਇਦਾ? ਕਿਸਾਨਾਂ ਦਾ ਨੰਬਰ 1 ਤੇ। ਜੀ ਝੋਨੇ ਦੀ ਫਸਲ ਪੂਰੀ ਲੱਗੀ ਪਈ ਹੈ, ਲੱਗ ਰਹੀ ਹੈ, ਲਵਾਈ ਹੋ ਰਹੀ ਹੈ। ਜੀ ਤੇ ਜਿੰਨੀ ਇਸ ਫਸਲ ਨੂੰ ਪਾਣੀ ਦੀ ਲੋੜ ਪੈਂਦੀ ਹੈ, ਇਹ ਵੀ ਚੁੰਝ ਚਰਚਾ ਬੜੀ ਚੱਲਦੀ ਰਹਿੰਦੀ ਹੈ ਲੰਬੇ ਸਮੇਂ ਤੋਂ ਕਿ ਕਿਉਂ ਨਾ ਇਸ ਫਸਲ ਤੋਂ ਖਹਿੜਾ ਛਡਾ ਕੇ ਹੋਰ ਬਦਲ ਕਿਸਾਨਾਂ ਨੂੰ ਦਿੱਤੇ ਜਾਣ ਜੀ ਤੇ ਕਿਸਾਨ ਇਸ ਫਸਲ ਨੂੰ ਬੀਜਣ ਲਈ ਮਜਬੂਰ ਨਾ ਹੋਣ। ਜੀ ਕਿਉਂ ਮਜਬੂਰ ਹੋਣਾ ਪੈਂਦਾ? ਕਿਉਂਕਿ ਬਦਲ ਨਹੀਂ ਹੈ, ਬਾਕੀ ਫਸਲਾਂ ਦੇ ਉਹ ਸਪੋਰਟ ਪ੍ਰਾਈਸ ਹੈ ਨਹੀਂ। ਕਿਸਾਨ ਕਿਹੜੀ ਫਸਲ ਬੀਜਣ ਫਿਰ? ਜੀ ਪੰਜਾਬ ਦੇ ਇੱਕ ਮਾਹਿਰ ਵਿਗਿਆਨੀ ਨੇ ਇੱਕ ਵਾਰ ਕਿਸੇ ਜਗ੍ਹਾ ਤੇ ਉਹ ਇਸ ਦੇ ਹੱਕ ਵਿੱਚ ਬੋਲ ਰਹੇ ਸਨ ਕਿ ਝੋਨੇ ਦੀ ਫਸਲ ਜਿਹੜੀ ਆ ਨਹੀਂ ਲਾਉਣੀ ਚਾਹੀਦੀ, ਜੀ ਨਾ ਲਾਓ। ਲੰਬੀ ਚੌੜੀ ਗੱਲਬਾਤ ਕੀਤੀ ਗਈ। ਜਦੋਂ ਸਾਰਾ ਪ੍ਰੋਗਰਾਮ ਕਹਿੰਦੇ ਖਤਮ ਹੋਣ ਲੱਗਾ ਤੇ ਉਹਨਾਂ ਨੂੰ ਅਖੀਰ ਵਿੱਚ ਕਿਸੇ ਨੇ ਪੁੱਛ ਲਿਆ ਕਿ ਫਿਰ ਕਿਹੜੀ ਫਸਲ ਲਾਈਏ? ਤੁਸੀਂ ਇਹ ਦੱਸੋ, ਸਾਰੀਆਂ ਗੱਲਾਂ ਤੁਹਾਡੀ ਮੰਨ ਲਈਏ ਕਿ ਝੋਨੇ ਦੀ ਬਿਜਾਈ ਨਹੀਂ ਕਰਨੀ ਜੀ ਤੇ ਕਿਸ ਫਸਲ ਦੀ ਬਿਜਾਈ ਕਰੀਏ? ਤੇ ਕਹਿੰਦੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਕਿ ਉਸ ਫਸਲ ਦੀ ਬਿਜਾਈ ਕਰੋ ਜਿਹੜੀ ਤੁਸੀਂ ਉਦੋਂ ਬੀਜਣੀ ਹੈ ਜਦੋਂ ਧਰਤੀ ਹੇਠਲਾ ਪਾਣੀ ਬਿਲਕੁਲ ਖਤਮ ਹੋ ਗਿਆ। ਹੁਣ ਹੈਰਾਨੀ ਵਾਲੀ ਗੱਲ ਹੈ ਪਰ ਕਿਸਾਨ ਕੋਲ ਵੀ ਇਸ ਦਾ ਜਵਾਬ ਨਹੀਂ ਅੱਜ ਦੀ ਡੇਟ ਦੇ ਵਿੱਚ। ਜੀ ਦਾਲਾਂ ਬਾਹਰੋਂ ਮੰਗਵਾਈਆਂ ਜਾ ਰਹੀਆਂ ਨੇ, ਜੀ ਤੇਲ ਬੀਜ ਬਾਹਰੋਂ ਮੰਗਵਾਏ ਜਾ ਰਹੇ ਨੇ, ਉਹਨਾਂ ਦੀ ਕੀਮਤ ਅਸਮਾਨ ਛੂ ਰਹੀ ਹੈ ਜੀ ਮਾਰਕੀਟ ਦੇ ਵਿੱਚ, ਪਰ ਜਦੋਂ ਕਿਸਾਨ ਮੰਡੀ ਲੈ ਕੇ ਜਾਂਦਾ ਤਾਂ ਉਸ ਨੂੰ ਪੁੱਛਦਾ ਕੋਈ ਨਹੀਂ। ਜੀ ਇਹ ਸਥਿਤੀ ਹੈ। ਝੋਨਾ ਖੈਰ ਬੀਜਿਆ ਪੰਜਾਬ ਦੇ ਕਿਸਾਨਾਂ ਨੇ ਇੱਕ ਵਾਰੀ ਫੇਰ, ਜੀ ਤੇ ਝੋਨੇ ਦੀ ਆਮਦ ਹੋਵੇਗੀ ਜਦੋਂ ਮੰਡੀਆਂ 'ਚ ਫੇਰ ਪਤਾ ਲੱਗਿਆ ਕਿਹੜੇ ਭਾਅ ਵਿਕਦੀ ਹੈ ਇਸ ਵਾਰੀ ਜੀ ਬਾਸਮਤੀ ਤੇ ਕਿਹੜੇ ਭਾਅ ਵਿਕਦੀ ਹੈ ਫਰਮਲ। ਤੇ ਕਿਸਾਨਾਂ ਨੂੰ ਕਣਕ ਦੀ ਖਰੀਦ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਝੱਲਣੀਆਂ ਪਈਆਂ ਨੇ ਉਹਦੀ ਗੱਲ ਕਿਸਾਨੀ ਅੰਦੋਲਨ ਦੇ ਬਾਬਤ ਜਦੋਂ ਗੱਲਬਾਤ ਕਰਾਂਗੇ ਫਿਰ ਉੱਥੇ ਹੋਵੇਗੀ। ਜੀ ਪਰ ਇਸ ਮੀਂਹ ਨੇ ਵੱਡੀ ਰਾਹਤ ਦਿੱਤੀ ਹੈ। ਪੂਰੇ ਪੰਜਾਬ ਦੇ ਵਿੱਚ ਤਕਰੀਬਨ ਇਹ ਬਾਰਿਸ਼ ਹੋਈ ਹੈ। ਜੀ
ਕਿਸਾਨ ਉਡੀਕ ਰਹੇ ਸਨ ਤੇ ਮੌਨਸੂਨ ਇੰਡੀਅਨ ਮੀਟੀਰੀਓਲੋਜੀਕਲ ਡਿਪਾਰਟਮੈਂਟ ਦੀ ਅਗਰ ਜੇ ਗੱਲ ਮੰਨ ਲਈਏ ਜੀ ਤੇ ਇੱਕ ਹਫ਼ਤਾ ਘੱਟੋ ਘੱਟ ਜ਼ਰੂਰ ਲੇਟ ਹੈ। ਜੀ ਸੌਣ ਮਹੀਨਾ ਸ਼ੁਰੂ ਹੋਣ ਵਾਲਾ ਹੈ, ਦੇਸੀ ਮਹੀਨਾ, ਜੀ ਸੰਗਰਾਂਦ ਆਉਣ ਵਾਲੀ ਹੈ ਤੇ ਆਮ ਤੌਰ ਤੇ 10 ਕੁ ਦਿਨ ਪਹਿਲਾਂ ਇਸ ਤੋਂ ਇਹ ਜਿਹੜੀ ਹੈ ਮੌਨਸੂਨ ਦੇ ਬੱਦਲਾਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਤੇ ਪ੍ਰੀ ਮੌਨਸੂਨ ਜਿਹੜੇ ਫੁਹਾਰਾਂ ਜਾਂ ਸ਼ਰਾਟੇ ਜਿਹੜੇ ਨੇ ਉਹ ਪੈਣੇ ਸ਼ੁਰੂ ਹੋ ਜਾਂਦੇ ਨੇ। ਉਹ ਕਿਤੇ ਕਿਤੇ ਪਏ ਨੇ ਪਰ ਬਹੁਤਾ ਕਰਕੇ ਸੋਕਾ ਹੀ ਰਿਹਾ, ਪਰ ਵੱਡੀ ਰਾਹਤ ਇਸੇ ਵੱਡੇ ਬਾਰਿਸ਼ ਨੇ ਹੀ ਦੇਣੀ ਸੀ ਪੰਜਾਬ ਦੇ ਕਿਸਾਨਾਂ ਨੂੰ। ਜੀ ਕਿਸਾਨਾਂ ਤੋਂ ਬਾਅਦ ਰਾਹਤ ਮਿਲੀ ਹੈ ਸਰਕਾਰ ਨੂੰ। ਜੀ ਬਿਜਲੀ ਕੱਟਾਂ ਤੋਂ ਤੇ ਲੋਕਾਂ ਨੂੰ ਰਾਹਤ ਵੈਸੇ ਮਿਲੀ ਹੈ, ਸਰਕਾਰ ਨੂੰ ਇਸ ਕਰਕੇ ਰਾਹਤ ਮਿਲੀ ਹੈ ਕਿ ਸਰਕਾਰ ਦਾ ਤੇ ਬਿਜਲੀ ਮਹਿਕਮੇ ਦਾ, ਥਰਮਲ ਪਲਾਂਟਾਂ ਦਾ, ਟਰਾਂਸਮਿਸ਼ਨ ਲਾਈਨਾਂ ਦਾ, ਅਧਿਕਾਰੀਆਂ ਦਾ, ਮੰਤਰੀਆਂ ਦਾ ਜਿਹੜੇ ਇਸ ਗੱਲ ਪ੍ਰਤੀ ਜਵਾਬਦੇਹ ਸਨ ਉਹਨਾਂ ਦਾ ਧੂੰਆਂ ਨਿਕਲਿਆ ਪਿਆ ਸੀ। ਜੀ ਵੱਡੇ ਵੱਡੇ ਲੰਮੇ ਬਿਜਲੀ ਦੇ ਕੱਟ ਜੀ ਇੰਨੇ ਲੰਬੇ ਲੱਗ ਗਏ, ਫਿਰ ਸੋਝਿਆ ਕੁਝ ਨਹੀਂ ਕਿਸੇ ਨੂੰ ਕਿ ਹੁਣ ਕੀਤਾ ਕੀ ਜਾਵੇ। ਸਾਰੇ ਇਹੋ ਹੀ ਉਡੀਕ ਰਹੇ ਸੀ ਕਿ ਕਿਸੇ ਤਰ੍ਹਾਂ ਇਹ ਆ ਜਾਣ ਤੇ ਫਲਾਨਾ ਥਰਮਲ ਪਲਾਂਟ ਜਿਹੜਾ ਉਹਦੇ 1 ਯੂਨਿਟ ਬੰਦ ਹੈ, 2 ਬੰਦ ਹੈ, 3 ਬੰਦ ਹੈ, ਕਿਸੇ ਦੇ 2 ਚੱਲਦੇ ਨੇ। ਉਹ ਸਾਰੀਆਂ ਗੱਲਾਂ ਦੇ ਜਵਾਬ ਆਪਣੇ ਆਪ ਮਿਲ ਜਾਣਗੇ। ਜੀ ਕੁਦਰਤ ਨੇ ਇਲਾਜ ਕੀਤਾ ਹੈ ਜੀ, ਹਰ ਵਾਰੀ ਕਰਦੀ ਹੈ ਕੁਦਰਤ ਜੀ, ਪਰ ਸਾਡਾ ਲਾਹਾ ਟੋਟਾ ਉੱਥੇ ਰਹੇਗਾ ਜੀ। ਜੇ ਅਸੀਂ ਆਖ ਦਈਏ ਕਿ ਜਦੋਂ ਸਾਡੇ ਕੋਲ ਫਲਾਨੀ ਚੀਜ਼ ਦੀ ਘਾਟ ਹੁੰਦੀ ਹੈ, ਸਾਨੂੰ ਪਤਾ ਨਹੀਂ ਕਿ ਗਰਮੀ ਪੈਣੀ ਹੁੰਦੀ ਹੈ ਜੀ। ਜਿਹੜਾ ਹਾੜ੍ਹ ਦਾ ਮਹੀਨਾ ਹੈ, ਹਾੜ੍ਹ ਦੇ ਵਿੱਚ ਇਸ ਤਰ੍ਹਾਂ ਉਲਟ ਲੱਗਦੀ ਹੈ। ਬਾਰਿਸ਼ਾਂ ਤਾਂ ਕਿਤੇ ਕਿਤੇ ਹੁੰਦੀਆਂ ਨੇ ਇਹਨਾਂ ਮਹੀਨਿਆਂ ਦੇ ਵਿੱਚ ਜੀ। ਇਹ ਜਿਹੜਾ ਸੋਕੇ ਦੀ ਸਥਿਤੀ ਹੁੰਦੀ ਹੈ, ਬਿਜਲੀ ਦੀ ਖਪਤ ਇੰਨੀ ਜ਼ਿਆਦਾ ਹੈ ਕਿ ਇਹ ਇਲਾਜ ਹੈ ਇਸ ਚੀਜ਼ ਦਾ ਕਿ ਆਪਣੇ ਉਦਯੋਗਿਕ ਸੰਸਥਾਨਾਂ ਨੂੰ ਬੰਦ ਕਰ ਦਿਓ ਜੀ। ਇਹ ਕੋਈ ਇਲਾਜ ਥੋੜ੍ਹਾ ਹੋਇਆ ਜੀ। ਟੈਂਪਰੇਰੀ ਗੱਲਾਂ ਕੀਤੀਆਂ ਸਰਕਾਰ ਨੇ, ਪਰ ਰਾਹਤ ਹੁਣ ਮਿਲ ਗਈ ਤੇ ਸਰਕਾਰ ਨੇ ਉਦਯੋਗ ਚਲਾਉਣ ਲਈ ਵੀ ਦੁਬਾਰਾ ਹਰੀ ਝੰਡੀ ਦੇ ਦਿੱਤੀ ਹੈ ਕਿ ਚਲਾ ਲਓ ਜੀ। ਸਾਡੇ ਇੱਥੇ ਉਦਯੋਗਾਂ ਦਾ ਹਾਲ ਕੀ ਹੋਵੇਗਾ, ਉਦਯੋਗ ਨਾਲ ਸੰਬੰਧਿਤ ਲੋਕਾਂ ਦਾ? ਅਜੇ 2 ਮਹੀਨੇ ਨਹੀਂ ਹੋਏ ਉਹ ਸਥਿਤੀ ਜਦੋਂ ਮਹਾਮਾਰੀ ਫੈਲੀ ਹੋਈ ਸੀ ਤੇ ਜਿਹੜੀ ਇੰਡਸਟਰੀਅਲ ਆਕਸੀਜਨ ਹੈ ਜੀ ਉਸ ਨੂੰ ਰੋਕ ਦਿੱਤਾ ਗਿਆ ਸੀ। ਉਹ ਸਾਰੇ ਕੰਮ ਠੱਪ ਹੋ ਗਏ, ਲੋਹੇ ਨਾਲ ਸੰਬੰਧਿਤ ਜਿੰਨੇ ਸਨ ਜੀ। ਹੁਣ ਉਹ ਦੁਬਾਰਾ ਉਹ ਵੀ ਚਾਲੂ ਹੋ ਗਏ ਨੇ, ਇਹ ਵੀ ਚਾਲੂ ਹੋ ਜਾਣਗੇ ਤੇ ਸ਼ਾਇਦ ਲੋਕਾਂ ਨੂੰ ਰੋਜ਼ਗਾਰ ਵਾਲੀ ਸਥਿਤੀ ਜਿਹੜੀ ਆ ਉਹ ਬਿਹਤਰ ਹੁੰਦੀ ਨਜ਼ਰ ਆਵੇਗੀ ਜੀ। ਲੇਬਰ ਜਿਹੜੀ ਇੰਨੀ ਜ਼ਿਆਦਾ ਬਿਹਾਰ ਤੋਂ ਯੂਪੀ ਤੋਂ ਪੰਜਾਬ ਵਿੱਚ ਆ ਕੇ ਬੈਠੀ ਹੋਈ ਸੀ, ਜਿਹੜੇ ਪਾਣੀ ਦੀ ਮੀਂਹ ਦੀ ਉਡੀਕ ਕਰ ਰਹੇ ਸੀ, ਉਹਨਾਂ ਨੂੰ ਵੀ ਸ਼ਾਇਦ ਕੰਮ ਮਿਲੇਗਾ। ਕਿਸਾਨਾਂ ਦਾ ਤੇਲ ਬਚੇਗਾ, ਬਿਜਲੀ ਮਹਿਕਮੇ ਦੀ ਬਿਜਲੀ ਬਚੇਗੀ, ਰੌਣਕ ਹੈ, ਹਰਿਆ ਭਰਿਆ। ਪਰ ਦੂਸਰੇ ਪਾਸੇ ਹਾਂਜੀ ਤੁਸੀਂ ਮੈਂ ਕਹਿ ਰਹੀ ਸੀ ਗੱਲ ਪੰਜਾਬ ਦੀ ਤਾਂ ਹੋ ਗਈ, ਪੰਜਾਬ ਲਈ ਖੁਸ਼ਹਾਲੀ ਲੈ ਕੇ ਆਇਆ, ਪਰ ਦੇਸ਼ ਦੇ ਕਈ ਹਿੱਸਿਆਂ 'ਚ ਇਹ ਨੁਕਸਾਨਦਾਇਕ ਵੀ ਸਾਬਤ ਹੋਇਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਦੀ ਘਟਨਾ ਜਿਹੜੀ ਹੈ ਉਹ ਹਰ ਸਾਲ ਕਿਤੇ ਨਾ ਕਿਤੇ ਹੋ ਜਾਂਦੀ ਹੈ, ਇੱਕ ਤੋਂ ਵੱਧ ਵਾਰੀ ਵੀ ਹੋ ਜਾਂਦੀ ਹੈ ਜੀ। ਜੇ ਤਾਂ ਕਿਧਰੇ ਆਮ ਦੂਰ ਦਰੇਡੇ ਦੇ ਇਲਾਕਿਆਂ ਵਿੱਚ ਬੱਦਲ ਫਟਦਾ ਹੈ ਜੀ, ਫਿਰ ਕੁਛ ਦੀ ਇੰਨੀ ਖਬਰ ਨਹੀਂ ਬਣਦੀ ਜੀ। ਪਰ ਇਨਕਰੋਚਮੈਂਟ ਇੰਨੀ ਹੋ ਚੁੱਕੀ ਹੈ ਪਹਾੜਾਂ ਦੇ ਵਿੱਚ ਕਿ ਅਸੀਂ ਉੱਥੇ ਦੀ ਇਲ ਪਲੈਨਡ ਜਿਹੜੀ ਇੱਕ ਸਥਿਤੀ ਹੈ ਉਹ ਕ੍ਰੀਏਟ ਕਰ ਲਈ ਹੈ ਕਿ ਅਸੀਂ ਇਸ ਤਰ੍ਹਾਂ ਬੇਤਹਾਸ਼ਾ ਇਮਾਰਤਾਂ ਪਹਾੜੀਆਂ ਦੇ ਕੰਢਿਆਂ ਤੇ, ਦਰਿਆਵਾਂ ਦੇ ਕੰਢਿਆਂ ਤੇ, ਨਾਲਿਆਂ ਦੇ ਕੰਢਿਆਂ ਤੇ, ਵਾਟਰਫਾਲ ਜਿੱਥੇ ਜਿੱਥੇ ਹਨ ਜੀ, ਉੱਥੇ ਅਸੀਂ ਬਣਾ ਲਈਆਂ ਇਮਾਰਤਾਂ ਜੀ। ਸੋਚਿਆ ਕੁਝ ਨਹੀਂ ਅਸੀਂ ਤੇ ਉਸ ਦੀ ਕੋਈ ਉਹਨਾਂ ਨੂੰ ਪਾਸ ਕਰਨ ਵਾਲੀਆਂ ਅਥਾਰਟੀਆਂ ਇੰਨੀਆਂ ਸਤਰਕ ਨਹੀਂ ਜੀ। ਤੇ ਫਿਰ ਰਿਜ਼ਲਟ ਜਿਹੜੇ ਨੇ ਉਹ ਸਾਡੀ ਮਰਜ਼ੀ ਮੁਤਾਬਕ ਨਹੀਂ ਨਾ ਆਉਣੇ ਜੀ। ਫਿਰ ਵੀ ਬਚਾਅ ਹੋਇਆ ਹਿਮਾਚਲ ਪ੍ਰਦੇਸ਼ ਦੇ ਵਿੱਚ ਧਰਮਸ਼ਾਲਾ ਦੇ ਨਾਲ ਮੈਕਲੋਡਗੰਜ, ਭਾਗਸੁਨਾਗ, ਇਹ ਉਹੀ ਇਲਾਕਾ ਜਿੱਥੇ ਦਲਾਈ ਲਾਮਾ ਜਿਹੜੇ ਨੇ ਰਹਿੰਦੇ ਨੇ ਜੀ। ਔਰ ਇੱਥੇ ਕਾਫੀ ਸਾਰੇ ਸੈਲਾਨੀ ਜਿਹੜੇ ਨੇ ਜਾਂਦੇ ਨੇ, ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਪੰਜਾਬ ਦੇ ਬਾਰਡਰ ਤੋਂ, ਲਾਗੇ ਹੀ ਹੈ। ਪਰ ਉੱਥੇ ਸੈਲਾਨੀ ਵੀ ਗਏ ਹੋਏ ਸੀ ਪਿਛਲੇ ਦਿਨਾਂ ਵਿੱਚ, ਉਹ ਵੀ ਫੋਟੋਆਂ ਆਈਆਂ ਕਿ ਮਹਾਮਾਰੀ ਦੇ ਦਿਨਾਂ ਦੇ ਵਿੱਚ ਇੰਨੀਆਂ ਵੱਡੀਆਂ ਗਿਣਤੀ ਦੇ ਵਿੱਚ ਸੈਲਾਨੀਆਂ ਦਾ ਪਹੁੰਚਣਾ ਉਹ ਵੀ ਮਾੜੀ ਗੱਲ ਹੈ। ਪਰ ਅਣਸੁਖਾਵੀ ਘਟਨਾ ਇਸ ਹੱਦ ਤੱਕ ਹੈ ਕਿ ਕਈ ਮੋਟਰਸਾਈਕਲ, ਕਾਰਾਂ ਭਾਗਸੁਨਾਗ ਦੇ ਵਿੱਚ ਉਹ ਜਿਹੜੇ ਬੱਦਲ ਫਟਿਆ ਹੈ ਤੇ ਸੜਕਾਂ ਦੇ ਜਾਂ ਨਾਲਿਆਂ ਦੇ ਵਿੱਚ ਇੱਕਦਮ ਹੜ੍ਹ ਆ ਗਿਆ ਤੇ ਜਿਹੜੇ ਦਰਿਆ ਸੀ ਥੱਲੇ ਉਹ ਵੀ ਬਿਲਕੁਲ ਇਸ ਤਰ੍ਹਾਂ ਵਗ ਰਹੇ ਸਨ ਜਿਵੇਂ ਪਤਾ ਨਹੀਂ ਕਿੰਨੀ ਸਪੀਡ। ਅਕਸਰ ਪਹਾੜਾਂ 'ਚੋਂ ਹੈ ਪਾਣੀ ਨੇ ਜਦੋਂ ਚੱਲਣਾ ਹੈ ਫਿਰ ਇਸਦੀ ਰਫ਼ਤਾਰ ਤਾਂ ਇੰਨੀ ਹੋਵੇਗੀ, ਨੈਚੁਰਲੀ ਕੁਦਰਤੀ ਹੈ। ਜਾਨੀ ਨੁਕਸਾਨ ਦੀ ਇੱਕ ਹੋਰ ਜਗ੍ਹਾ ਤੋਂ ਧਰਮਸ਼ਾਲਾ ਦੇ ਲਾਗੇ ਤੋਂ ਖਬਰ ਹੈ, ਉੱਥੇ ਕੋਈ ਢਿੱਗਾਂ ਡਿੱਗਣ ਦੇ ਨਾਲ ਕੁਝ ਵਿਅਕਤੀ ਉਸ ਦੇ ਵਿੱਚ ਮਕਾਨ ਦੇ ਵਿੱਚ ਫਸ ਗਏ ਨੇ, ਪਰ ਕੁਝ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਜੋ ਏਅਰਪੋਰਟ ਹੈ ਪਾਲਮਪੁਰ ਦੇ ਵਿੱਚ 150 ਮਿਲੀਮੀਟਰ ਤੱਕ ਵਰਖਾ ਜਿਹੜੀ ਹੈ ਉਹ ਰਿਕਾਰਡ ਕੀਤੀ ਗਈ ਹੈ। ਬਹੁਤ ਵੱਡੀ ਮਾਤਰਾ ਦੇ ਵਿੱਚ ਇੰਨੀ ਬਾਰਿਸ਼ ਹੋ ਜਾਣੀ ਇਹ ਆਪਣੇ ਆਪ ਦੇ ਵਿੱਚ ਇੱਕ ਗੱਲ ਹੈ। ਹੁਣ ਦੂਸਰੇ ਪਾਸੇ ਚੱਲਦੇ ਆ ਪੰਜਾਬ ਦੇ ਬਾਕੀ ਸੂਬਿਆਂ ਵੱਲ ਨੂੰ। ਰਾਜਸਥਾਨ ਦੇ ਵਿੱਚ ਅਸਮਾਨੀ ਬਿਜਲੀ ਨਾਲ, ਮੱਧ ਪ੍ਰਦੇਸ਼ ਵਿੱਚ ਵੀ ਘਟਨਾਵਾਂ ਹੋਈਆਂ ਨੇ ਤੇ ਹੋਰ ਵੀ ਕਈ ਜਗ੍ਹਾ ਦੇ ਵਿੱਚ ਵੀ, ਕਿ ਉੱਥੇ ਅਸਮਾਨੀ ਬਿਜਲੀ ਨਾਲ ਘੱਟੋ ਘੱਟ ਜੇ ਜ਼ਿਆਦਾ ਨਹੀਂ ਜੋ ਸਰਕਾਰੀ ਅੰਕੜੇ ਦੱਸਦੇ ਨੇ ਉਹਨਾਂ ਮੁਤਾਬਕ 70 ਤੋਂ 80 ਵਿਅਕਤੀਆਂ ਦੀ ਮੌਤ ਜਿਹੜੀ ਹੈ ਉਹ ਪੂਰੇ ਇੰਡੀਆ ਦੇ ਵਿੱਚ ਪਿਛਲੇ 24 ਘੰਟਿਆਂ 'ਚ ਅਸਮਾਨੀ ਬਿਜਲੀ ਨਾਲ ਹੋਈ ਹੈ ਜੀ। ਜੈਪੁਰ ਦੇ ਵਿੱਚ ਅਮੇਰ ਕਿਲ੍ਹਾ ਹੈ ਜੀ, ਪੁਰਾਣਾ ਇਤਿਹਾਸਿਕ ਉਸ ਦੀ ਮਹਾਨਤਾ ਹੈ, ਸਾਂਭਿਆ ਹੋਇਆ। ਉੱਥੇ ਕਾਫੀ ਸਾਰੇ ਵਿਜ਼ਟਰ ਜਿਹੜੇ ਨੇ ਹਰ ਸਾਲ ਜਾਂਦੇ ਨੇ, ਸਿਆਲ ਵੀ ਗਰਮੀਆਂ ਵੀ ਜਾਂਦੇ ਰਹਿੰਦੇ ਨੇ। ਉਚਾਈ ਦੀ ਜਗ੍ਹਾ ਤੇ ਹੈ ਤੇ ਉਸਦੇ ਜਿਹੜੇ ਇੱਕ ਕਿਸੇ ਖਾਸ ਜਗ੍ਹਾ ਤੇ ਖੜੇ ਹੋ ਕੇ ਸੈਲਾਨੀ ਜਿਹੜੇ ਸੀ ਇਕੱਠੇ ਹੋ ਕੇ ਫੋਟੋਆਂ ਲੈ ਰਹੇ ਸੀ
ਤੇ ਫੋਟੋਆਂ ਲੈਣ ਵੇਲੇ ਕਹਿੰਦੇ ਨੇ ਕਿ ਉਹਨਾਂ ਤੇ ਅਸਮਾਨੀ ਬਿਜਲੀ ਪਈ ਹੈ ਤੇ ਉੱਚੀ ਜਗ੍ਹਾ ਸੀ ਉਹ, ਜੀ ਕੁਛ ਤੇ ਅਸਮਾਨੀ ਬਿਜਲੀ ਨੇ ਕਈਆਂ ਨੂੰ ਆਪਣੀ ਲਪੇਟ ਵਿੱਚ ਉੱਥੇ ਲੈ ਲਿਆ ਜੀ ਤੇ ਬਾਕੀਆਂ ਨੇ ਕੁਝ ਡਰਦੇ ਮਾਰੇ ਉੱਥੋਂ ਛਾਲਾਂ ਮਾਰ ਦਿੱਤੀਆਂ, ਜੀ ਜਿਸ ਨਾਲ ਉਹਨਾਂ ਦੀ ਮੌਤ ਹੋਈ ਜਾਂ ਜ਼ਖਮੀ ਬਹੁਤ ਹੋਏ ਨੇ। ਜੀ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਥਾਂ ਤੇ ਹੋਈਆਂ ਨੇ। ਅਸਮਾਨੀ ਬਿਜਲੀ ਬਾਰੇ ਤਾਂ ਵੱਖਰੀਆਂ ਰਾਏ ਜਿਹੜੀਆਂ ਨੇ, ਇਹ ਵੀ ਕੋਈ ਪਹਿਲੀ ਵਾਰੀ ਅਸਮਾਨੀ ਬਿਜਲੀ ਪਈ ਨਹੀਂ। ਜੀ ਇੱਕ ਵਾਰੀ ਕਿਸੇ ਫੁੱਟਬਾਲ ਟੀਮ ਤੇ ਗਰਾਊਂਡ ਵਿੱਚ ਖੇਡਦੇ ਹੋਏ ਜਿਨ੍ਹਾਂ ਨੇ ਇੱਕ ਰੰਗ ਦੀ ਜਰਸੀ ਪਾਈ ਹੋਈ ਸੀ ਉਹਨਾਂ ਨੂੰ ਪੈ ਗਈ ਸੀ ਬਿਜਲੀ, ਦੂਸਰਿਆਂ ਨੂੰ ਕੁਝ ਵੀ ਨਹੀਂ ਸੀ ਹੋਇਆ। ਸੋ ਇਹਦੇ ਆਪਣੇ ਕੁਝ ਫਾਰਮੂਲੇ ਹੁੰਦੇ ਨੇ ਬਿਜਲੀ ਦੇ, ਕਈ ਵਾਰੀ, ਪਰ ਹਰ ਜਗ੍ਹਾ ਬਚਾਅ ਨਹੀਂ ਕੀਤਾ ਜਾ ਸਕਦਾ, ਹਰ ਚੀਜ਼ ਨੂੰ 100% ਬਚਾਅ ਨਹੀਂ ਹੋ ਸਕਦਾ, ਪਰ ਫਿਰ ਵੀ ਕੁਝ ਇੱਕ ਸੇਫਟੀ ਜਿਹੜੇ ਕੋਈ ਖਾਸ ਨੁਕਤੇ ਜਿਹੜੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਤੇ ਇਹਨਾਂ ਬਾਰੇ ਸਟੱਡੀ ਕਰੋ। ਬਿਜਲੀ ਜਿੱਥੇ ਅਸਮਾਨੀ ਬਿਜਲੀ ਪੈਂਦੀ ਹੈ, ਹਰ ਸਾਲ ਨੁਕਸਾਨ ਹੁੰਦਾ, ਉਸ ਨੂੰ ਘੱਟ ਕੀਤਾ ਜਾ ਸਕਦਾ। ਜੀ ਤੇ ਕੁਲਦੀਪ ਜੀ, ਬਿਜਲੀ ਦੀ ਡਿੱਗਣ ਦੀ ਵਜ੍ਹਾ ਕਿਤੇ 5G ਤਾਂ ਨਹੀਂ ਲੱਗਦੀ ਤੁਹਾਨੂੰ? 5G ਲੱਗਦੀ ਨਹੀਂ, ਪਰ ਇਸ ਨੂੰ ਜੋੜਿਆ ਜਾ ਰਿਹਾ ਕਈ ਲੋਕਾਂ ਵੱਲੋਂ। ਜੀ ਇਹ ਭਾਰਤ ਦੇ ਵਿੱਚ ਵੀ ਪਟੀਸ਼ਨਾਂ ਪਈਆਂ ਹੋਈਆਂ ਨੇ। ਜੂਹੀ ਚਾਵਲਾ ਨੇ 5G ਦੇ ਪ੍ਰਤੀ ਅਦਾਲਤ ਵਿੱਚ ਪਟੀਸ਼ਨ ਪਾਈ ਸੀ, ਜੋ ਉਹਨਾਂ ਨੂੰ ਪੁੱਠੀ ਪੈ ਗਈ। ਅਦਾਲਤ ਨੇ ਜੁਰਮਾਨਾ ਕਰ ਦਿੱਤਾ ਕਿ ਤੁਸੀਂ ਸਮਾਂ ਕਿਉਂ ਵੇਸਟ ਕੀਤਾ। ਪਹਿਲਾਂ ਤੁਸੀਂ ਸਰਕਾਰਾਂ ਨੂੰ ਸਵਾਲ ਤੇ ਪੁੱਛੋ ਜਿਨ੍ਹਾਂ ਨੇ 5G ਲਾਇਆ, ਤੁਸੀਂ ਸਿੱਧੇ ਅਦਾਲਤ ਵਿੱਚ ਕਿਉਂ ਆਉਂਦੇ ਹੋ? ਅਦਾਲਤ ਕੋਈ ਮਖੌਲ ਹੈ? ਅਦਾਲਤ ਨੇ ਆਪਣਾ ਫਰਜ਼ ਨਿਭਾ ਦਿੱਤਾ, ਗੱਲ ਮੁੱਕ ਗਈ ਹੈ। ਪਰ ਜਿੰਨੀ ਕੋ ਸਟੱਡੀ ਵਰਲਡ ਵਾਈਡ ਹੋਈ ਹੈ, 5G ਦੇ ਪ੍ਰਭਾਵ ਜਿਹੜੇ ਨੇ ਪੰਛੀਆਂ ਤੇ, ਲੋਕਾਂ ਤੇ, ਦਿਮਾਗ ਤੇ, ਮਹਾਮਾਰੀ ਤੇ ਵੀ ਇਹ ਵੀ ਆਖਿਆ ਗਿਆ ਕਿ ਇਹ ਵੀ ਉਹੀ ਹੈ। ਕਈ ਵਿਅਕਤੀ ਤੇ ਅੱਜ ਵੀ ਆਖਦੇ ਨੇ ਕਿ ਉਹਦਾ ਹੀ ਇਹ ਸਾਰਾ ਰੇਡੀਏਸ਼ਨ ਹੈ। ਪਰ 5G ਟਾਵਰ ਲੱਗਣ ਦੇ ਖਿਲਾਫ ਦੁਨੀਆ ਦੇ ਵਿੱਚ ਕਈ ਜਗ੍ਹਾ ਤੇ ਮੁਜ਼ਾਹਰੇ ਵੀ ਹੋਏ ਨੇ। ਸਿਸਮਿਕ ਜ਼ੋਨ ਹੁੰਦੇ ਨੇ ਕਿ ਖਾਸ ਤੌਰ ਤੇ ਤੁਸੀਂ ਰੈਜ਼ੀਡੈਂਸ਼ੀਅਲ ਜਾਂ ਕੁਝ ਇਲਾਕਿਆਂ ਦੇ ਵਿੱਚ ਜਿੱਥੇ ਆਮ ਲੋਕਾਂ ਦੀ ਰਿਹਾਇਸ਼ ਹੋਵੇ, ਉੱਥੇ ਇਹੋ ਜਿਹੀ ਚੀਜ਼ਾਂ ਨਾ ਕੀਤੀਆਂ ਜਾਣ। ਪਰ ਇਹ ਤੇ ਉਦੋਂ ਤੋਂ ਚੱਲ ਰਿਹਾ ਜਦੋਂ ਵਾਲੇ 5G ਤਾਂ ਬੜੀ ਦੂਰ ਦੀ ਗੱਲ ਸੀ, ਪਹਿਲੇ ਟਾਵਰ ਲੱਗੇ ਸੀ, ਉਦੋਂ ਤੋਂ ਵਿਰੋਧਤਾ ਜਿਹੜੀ ਚੱਲਦੀ ਆ ਰਹੀ ਹੈ। ਜ਼ਾਹਿਰਾ ਤੌਰ ਤੇ ਜੋ ਅਸੀਂ ਹਰ ਵੇਲੇ ਜੇਬ ਦੇ ਵਿੱਚ ਪਾਈ ਫਿਰਦੇ ਹਾਂ, ਇਹ ਇੱਕ ਡਿਵਾਈਸ ਹੈ ਜਿਹੜੀ ਹੈ ਟਰਾਂਸਮਿਟ ਕਰ ਰਹੀ ਹੈ ਤੇ ਰਿਸੀਵ ਕਰ ਰਹੀ ਹੈ ਕੁਝ ਨਾ ਕੁਝ। ਜ਼ਾਹਿਰਾ ਤੌਰ ਤੇ ਉਹਦਾ ਕੋਈ ਲਿੰਕ ਤਾਂ ਬਣਦਾ ਹੈ ਹਵਾਵਾਂ ਦੇ ਨਾਲ ਤੇ ਹਵਾ ਵਿੱਚ ਤੈਰਦੀਆਂ ਵਸਤਾਂ ਦੇ ਨਾਲ। ਸੋ ਇਹਦਾ ਕਿੰਨਾ ਕੁ ਅਸਰ ਹੈ ਤਾਂ ਵਿਗਿਆਨੀ ਦੱਸ ਸਕਦੇ ਨੇ, ਪਰ ਬਿਜਲੀ ਪੈਣ ਵਾਲੀ ਘਟਨਾ ਜਿਹੜੀ ਹੈ ਪਹਿਲੀ ਵਾਰੀ ਨਹੀਂ ਹੋਈ, ਇਸ ਕਰਕੇ ਇਹਨੂੰ ਉਹਦੇ ਨਾਲ ਜੋੜਨਾ ਠੀਕ ਨਹੀਂ ਹੋਵੇਗਾ। ਹਾਂ, ਇੱਕ ਕਾਰਨ ਹੋ ਸਕਦਾ ਕਿਤੇ ਬਣ ਗਿਆ ਹੋਵੇ। ਇਹ ਵੀ ਆਖਿਆ ਜਾ ਰਿਹਾ ਕਿ ਜੈਪੁਰ ਦੇ ਵਿੱਚ ਜਿਹੜੀ ਪਈ ਹੈ ਇੱਕ ਜਗ੍ਹਾ ਤੇ ਕਾਫੀ ਲੋਕ ਜਿਹੜੇ ਸੀ ਇਕੱਠੇ ਹੋਏ ਸੀ ਤੇ ਉਹਨਾਂ ਕੋਲ ਸਾਰਿਆਂ ਕੋਲ ਫੋਨ ਸੀ ਤੇ ਇੱਕ ਜਗ੍ਹਾ ਤੇ ਉਹ ਰੇਡੀਏਸ਼ਨ ਇਸ ਤਰ੍ਹਾਂ ਦੀ ਬਣ ਗਈ, ਕੋਈ ਹੀਟ ਜਾਂ ਪੈਦਾ ਹੋਈ ਜਿਸ ਦੇ ਕਰਕੇ ਬਿਜਲੀ ਉਹਨਾਂ ਤੇ ਪੈ ਗਈ। ਪਰ ਕੋਈ ਸਾਇੰਟੀਫਿਕ ਪ੍ਰੂਫ ਨਹੀਂ ਹੈ, ਇਸ ਗੱਲ ਤੇ ਅੱਖਾਂ ਮੀਟ ਕੇ ਯਕੀਨ ਕਰ ਲੈਣਾ, ਜਾਂ ਕੱਲ੍ਹ ਨੂੰ ਕੋਈ ਉੱਠ ਕੇ ਇਹ ਆਖ ਦੇਵੇ ਕੋਈ, ਜਾਂ ਕੋਈ ਵੀਡੀਓ ਪਾ ਦੇਵੇ ਕਿਤੇ, ਜਾਂ ਕਿ ਉਹ ਵਹਿਮ ਪੈ ਜਾਂਦਾ ਤੇ ਐਕਸਪਲੇਨ ਨਾ ਕਰੇ ਤੇ ਉਹ ਕੁਐਸਚਨ ਮਾਰਕ ਜਿਹਾ ਪਾ ਕੇ ਜਿਹੜਾ ਹੈ ਸਵਾਲੀਆ ਚਿੰਨ੍ਹ ਬਣਾ ਕੇ ਤੇ ਉਹ ਕਹਿ ਦੇ ਕਿ ਲਓ ਜੀ ਇਹਦੇ ਨਾਲ ਤਾਂ ਨਹੀਂ। ਔਰ ਦੇਖਣ ਵਾਲੇ ਨੇ ਸਵਾਲੀਆ ਚਿੰਨ੍ਹ ਹੋ ਸਕਦਾ ਕਿਸੇ ਨੂੰ ਨਾ ਉਹ ਕੋਈ ਵੇਖੇ ਧਿਆਨ ਨਾਲ। ਤੇ ਮੈਂ ਸਮਝਦਾ ਕਿ ਸਿਰਫ ਹਾਲ ਦੀ ਘੜੀ ਵਹਿਮ ਪਾਉਣ ਵਾਲੀ ਗੱਲ ਹੈ। 5G ਦੇ ਨਾਲ ਅਸਮਾਨੀ ਬਿਜਲੀ ਦਾ ਕੋਈ ਸੰਬੰਧ ਕੋਈ ਬਹੁਤਾ ਅਜੇ ਤੱਕ ਸਾਇੰਟੀਫਿਕ ਜਾਂ ਸਾਇੰਸਦਾਨਾਂ ਨੇ ਇਹ ਨਹੀਂ ਕੋਈ ਸੰਬੰਧ ਸਥਾਪਿਤ ਨਹੀਂ ਹੋਇਆ। ਇਦਾਂ ਦੀ ਗੱਲ ਹੈ ਜਿੱਦਾਂ ਪਿਛਲੇ ਥੋੜੇ ਸਮੇਂ ਪਹਿਲਾਂ ਹੀ ਇਨਸਾਨ ਨੂੰ ਹੱਥ ਲਾਉਣ ਤੇ ਵੀ ਕਰੰਟ ਲੱਗਦਾ ਸੀ। ਉਹ ਹੋਰ ਗੱਲਾਂ ਨੇ ਜੋ ਸਟੈਟਿਕ ਚਾਰਜ ਹੁੰਦਾ। ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੀ ਜਿਹੜੇ ਸਾਡੇ ਬਾਹਰ ਬੈਠੇ ਦਰਸ਼ਕ ਦੇਖ ਰਹੇ ਨੇ, ਉੱਥੇ ਸਟੈਟਿਕ ਚਾਰਜ ਆਮ ਹੁੰਦਾ ਹੈ, ਕੋਈ ਨਵੀਂ ਗੱਲ ਨਹੀਂ ਹੈ ਉੱਥੇ। ਤੇ ਤੁਸੀਂ ਕਿਉਂਕਿ ਦਰੀਆਂ ਵਗੈਰਾ ਵਿਛੀਆਂ ਹੁੰਦੀਆਂ ਨੇ, ਨਾਈਲੋਨ ਦੀਆਂ ਜੁਰਾਬਾਂ ਪਹਿਨਦੇ ਹੋ, ਉਹ ਸਟੈਟਿਕ ਚਾਰਜ ਬੋਡੀ 'ਚ ਪੈਦਾ ਹੋ ਜਾਂਦਾ, ਉਹ ਇੱਕ ਵੱਖਰੀ ਜਿਹੀ ਚੀਜ਼ ਹੈ। ਕੁਲਦੀਪ ਜੀ, ਅਗਲੇ ਮੁੱਦੇ ਤੇ ਗੱਲਬਾਤ ਕਰਾਂਗੇ ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ। ਤੇ ਕੁਲਦੀਪ ਜੀ, ਗੱਲ ਕਰੋਨਾ ਦੀ ਕਰਨੀ ਹੈ, ਟੀਕਾਕਰਨ ਦੀ ਗੱਲ ਕਰਨੀ ਹੈ, ਵਰਤਮਾਨ ਸਥਿਤੀ ਤੇ ਤੀਜੀ ਲਹਿਰ ਦੀ ਗੱਲ ਕਰਨੀ ਹੈ। ਪਰ ਉਸ ਤੋਂ ਪਹਿਲਾਂ ਨਾ ਇੱਕ ਗੱਲ ਮੇਰੇ ਮਨ 'ਚ ਆ ਰਹੀ ਹੈ ਜਿਹੜੀ ਮੈਂ ਪੁੱਛਣਾ ਚਾਹੁੰਦੀ। ਜੀ। ਗੱਲ ਇਹ ਹੈ ਕਿ ਕੱਲ ਟੀਕੇ ਆਏ ਸੀ ਜਲੰਧਰ ਵਿੱਚ ਤੇ 8:30 ਵਜੇ ਤੱਕ ਸਵੇਰੇ ਟੀਕੇ ਮੁੱਕ ਵੀ ਚੁੱਕੇ ਸਨ। ਸ਼ੁਰੂ ਕਦੋਂ ਹੋਏ ਸੀ ਇਹ ਤਾਂ ਦੱਸਿਆ ਨਹੀਂ ਉਹਨਾਂ ਨੇ, ਪਰ 8:30 ਵਜੇ ਜਦੋਂ ਮੈਂ ਕਾਲ ਕੀਤੀ ਨਾ, ਕਿਸੇ ਨੇ ਲਗਵਾਉਣਾ ਸੀ ਤੇ ਜਿੱਥੇ ਸਰਕਾਰੀ ਟੀਕੇ ਲੱਗਦੇ ਨੇ ਉੱਥੇ ਕਹਿੰਦੇ 8:30 ਵਜੇ ਤੱਕ ਮੁੱਕ ਗਏ ਟੀਕੇ ਜਿੰਨੇ ਵੀ ਆਏ ਸੀ ਤੇ ਹੁਣ ਨਵਾਂ ਟੀਕਾਕਰਨ ਉਦੋਂ ਹੀ ਹੋਏਗਾ ਜਦੋਂ ਅਗਲੇ ਟੀਕੇ ਆਉਣਗੇ। ਤੇ ਟੀਕਾਕਰਨ ਦੀ ਗੱਲ ਤਾਂ ਕਰਾਂਗੇ, ਪਹਿਲਾਂ ਕਰੋਨਾ ਦੀ ਵਰਤਮਾਨ ਸਥਿਤੀ ਦੀ ਬਾਰੇ ਦੱਸ ਦਿਓ। ਵਰਤਮਾਨ ਸਥਿਤੀ ਜੇ ਹਿਸਾਬ ਕਿਤਾਬ ਲਾਇਆ ਜਾਵੇ, ਜੇ ਅੰਕੜਿਆਂ ਦਾ ਹੇਰ ਫੇਰ ਦੇਖਿਆ ਜਾਵੇ ਨਾ ਤੇ ਠੀਕ ਜਾਪਦੇ ਨੇ, ਘਟ ਰਹੇ ਨੇ ਕੇਸ। ਤਕਰੀਬਨ ਕੋਈ 35-36 ਹਜ਼ਾਰ ਕੇਸ ਕੋਈ 24 ਘੰਟੇ 'ਚ ਘੱਟ ਵੱਧ ਹੋ ਸਕਦੇ ਨੇ, 1000 ਤੋਂ 1000 ਇੰਨੇ ਕੋ ਨਵੇਂ ਕੇਸ ਆਏ ਨੇ ਭਾਰਤ ਵਿੱਚ ਤੇ 50 ਹਜ਼ਾਰ ਦੇ ਆਸ-ਪਾਸ ਜਿਹੜੇ ਨੇ ਠੀਕ ਹੋ ਗਏ ਨੇ। ਪੰਜਾਬ ਵਿੱਚ ਸਾਰੇ ਐਕਟਿਵ ਕੇਸ ਜਿਹੜੇ ਨੇ 1500 ਨੇ, ਇਸ ਤੋਂ ਜ਼ਿਆਦਾ ਨਹੀਂ, ਜੋ ਕਿਸੇ ਟਾਈਮ ਇਸ ਵੇਲੇ ਇਹ ਦੂਜੀ ਲਹਿਰ ਦੇ ਵਿੱਚ ਮੇਰੇ ਖਿਆਲ 25-30 ਹਜ਼ਾਰ ਤੋਂ ਉੱਪਰ ਟੱਪ ਗਏ ਸੀ। ਛੋਟੇ ਸੂਬੇ ਦੇ ਵਿੱਚ ਇੰਨੇ ਜ਼ਿਆਦਾ ਕੇਸ ਹੋਣੇ ਬਹੁਤ ਵੱਡੀ ਗੱਲ ਸੀ। ਮੌਤਾਂ ਦੀ ਗਿਣਤੀ ਦਾ ਵੀ ਅੰਦਾਜ਼ਾ ਨਹੀਂ ਸੀ ਲੱਗ ਰਿਹਾ। ਯੂਪੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਰੌਲਾ ਪਿਆ। 4 ਲੱਖ ਮੌਤ ਦਾ ਅੰਕੜਾ ਜਿਹੜਾ ਦੱਸਿਆ ਗਿਆ ਭਾਰਤ ਸਰਕਾਰ ਨੇ ਹੁਣ ਤੱਕ, ਕਿਉਂਕਿ ਹੁਣ ਤਾਂ ਥੋੜ੍ਹੀਆਂ ਹੋ ਰਹੀਆਂ ਨੇ ਤੇ ਰੋਜ਼ ਦੀਆਂ ਕਿੰਨੀਆਂ ਹੁੰਦੀਆਂ ਸੀ। ਤੇ ਹੁਣ ਤੇ ਵਿਰੋਧੀ ਧਿਰਾਂ ਉਹ ਇਹ ਸਿੱਧਾ ਹੀ ਕਹਿਣ ਲੱਗ ਪਈਆਂ ਨੇ ਵੀ ਇਹ ਅੰਕੜੇ ਸਹੀ ਨਹੀਂ,
ਜੀ ਸਾਰਿਆਂ ਨੇ ਦਬਵੀਂ ਆਵਾਜ਼ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਅੰਕੜੇ ਠੀਕ ਨਹੀਂ ਭਾਈ। ਜੀ ਹੁਣ ਕਿੰਨੇ ਨੇ ਇਹਦੇ ਬਾਰੇ ਕਿਸੇ ਕੋਲ ਗਿਣਤੀ ਨਹੀਂ ਹੈ। ਜੀ ਕੋਈ ਜਾਂਚ ਹੋਵੇਗੀ ਕਿ ਨਹੀਂ ਹੋਵੇਗੀ ਇਸ ਗੱਲ ਬਾਰੇ ਕੌਣ ਆਖ ਸਕਦਾ ਹੈ? ਜੀ ਕਿੱਥੋਂ ਪਤਾ ਲੱਗੇਗਾ, ਕਦੋਂ ਪਤਾ ਲੱਗੇਗਾ? ਜੀ ਇਹੋ ਜਿਹੇ ਰਾਜ਼ ਕਈ ਵਾਰੀ ਛਿਪੇ ਦੇ ਛਿਪੇ ਰਹਿ ਜਾਂਦੇ ਨੇ, ਉਹਨਾਂ ਨੂੰ ਕੱਢਣਾ ਨਾਮੁਮਕਿਨ ਹੋ ਜਾਂਦਾ। ਜੀ ਇਸ ਕਰਕੇ ਅਸੀਂ ਵੀ ਉਹ ਗੱਲ ਨਹੀਂ ਕਰਦੇ। ਪਰ ਮੌਜੂਦਾ ਜਿਹੜੀ ਸਥਿਤੀ ਹੈ, ਭਾਰਤ ਨੇ ਦੂਜੀ ਲਹਿਰ ਦੇ ਵਿੱਚ ਮਾਰ ਖਾਧੀ ਹੈ ਵੱਡੇ ਪੱਧਰ ਤੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਜੀ ਟੀਕੇ ਅਸੀਂ ਬਾਹਰਲੇ ਦੇਸ਼ਾਂ ਨੂੰ ਭੇਜਣੇ ਸ਼ੁਰੂ ਕਰ ਦਿੱਤੇ ਸੀ। ਜੀ ਦਾਨੀ ਸੱਜਣ ਬਣ ਗਏ ਅਸੀਂ। ਇਹ ਨਹੀਂ ਕਿ ਕਰਨਾ ਨਹੀਂ ਚਾਹੀਦਾ ਦਾਨ, ਜੀ ਪਹਿਲਾਂ ਆਪਣਾ ਵੀ ਦੇਖੋ। ਇੰਨੀ ਵੱਡੀ ਆਬਾਦੀ ਹੈ, ਜੀ ਬਣੇਗਾ ਕੀ ਸਾਡਾ? 21 ਜੂਨ ਨੂੰ ਰਿਕਾਰਡ ਬਣਾ ਲਿਆ ਸੀ ਜੀ ਕਿ 80-85 ਲੱਖ ਨੂੰ ਟੀਕੇ ਲਾ ਦਿੱਤੇ, ਵਰਲਡ ਰਿਕਾਰਡ ਇੱਕ ਦਿਨ ਵਿੱਚ। ਚੀਨ ਵਾਲੇ ਕਹਿੰਦੇ ਸਾਡੇ ਕੋਲ ਤਾਂ ਇਸ ਤੋਂ ਵੀ ਵੱਡਾ ਰਿਕਾਰਡ ਹੈ, ਅਸੀਂ 1.5 ਕਰੋੜ ਨੂੰ ਟੀਕੇ ਲਾ ਦਿੱਤੇ ਸੀ ਇੱਕ ਦਿਨ 'ਚ। ਜੀ ਪਤਾ ਨਹੀਂ ਉਹ ਸੱਚੇ ਨੇ ਕਿ ਇਹ ਸੱਚੇ ਨੇ। ਜੀ ਜੇ ਉਸ ਤੋਂ ਜਿਸ ਦਿਨ ਰਿਕਾਰਡ ਬਣਾਇਆ 2 ਦਿਨ ਪਿੱਛੇ ਚਲੇ ਜਾਓ, ਜੀ ਪਹਿਲਾਂ ਇਹਨਾਂ ਨੇ ਟੀਕੇ ਲਾਉਣ ਦੀ ਰਫ਼ਤਾਰ ਘਟਾ ਦਿੱਤੀ ਜੀ ਤਾਂ ਕਿ ਉਸ ਤਰੀਕ ਨੂੰ ਰਿਕਾਰਡ ਬਣਾਇਆ ਜਾ ਸਕੇ। ਜੀ ਫਿਰ ਉਹ ਤੋਂ ਬਾਅਦ 80,000 ਤਾਂ ਇੱਕ ਪਾਸੇ, ਜੀ 40,000 ਦਾ ਅੰਕੜਾ ਵੀ ਟੱਚ ਕਰਨਾ ਜਿਹੜਾ ਸੀ ਉਹ ਉਸ ਨੂੰ ਛੂਹਣਾ ਮੁਸ਼ਕਲ ਹੋ ਗਿਆ। ਜੀ ਹੁਣ ਜਿਹੜੇ ਟੀਕੇ ਲੱਗੇ ਨੇ ਪਿਛਲੇ ਜੁਲਾਈ ਦੇ ਪਹਿਲੇ ਹਫਤੇ ਦੇ ਵਿੱਚ, ਜਾਂ ਜਿਹੜੇ ਹੁਣ 10 ਤਰੀਕ ਤੱਕ, ਜੀ ਉਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ 35 ਤੋਂ ਲੈ ਕੇ 39,000 ਤੱਕ ਦੀ ਐਵਰੇਜ, 38,000 39,000 ਤੱਕ ਦੀ ਐਵਰੇਜ ਹੈ ਜੀ ਰੋਜ਼ਾਨਾ ਦੇ ਟੀਕਿਆਂ ਦੀ। ਜੀ ਇਸ ਹਿਸਾਬ ਨਾਲ ਤੇ ਇਸ ਸਾਲ ਦੇ ਜਿੰਨੇ ਦਿਨ ਰਹਿ ਗਏ ਨੇ, ਸਾਡੇ ਕੋਲ 5 ਮਹੀਨੇ, ਕਿੰਨਿਆਂ ਨੂੰ ਟੀਕੇ ਲਾਵਾਂਗੇ ਅਸੀਂ? ਜੀ ਇਹ ਤੇ ਬੜੀ ਲੰਬੀ ਕਹਾਣੀ ਆ। ਜੀ ਤੇ ਕਦੋਂ ਇੱਥੇ ਫਿਰ ਤੀਸਰੀ ਲਹਿਰ ਦਾ ਮੁਕਾਬਲਾ ਕਰਨ ਦੇ ਯੋਗ ਹੋਵਾਂਗੇ? ਜੀ ਹੁਣ ਭਾਰਤ ਦੇ ਸਾਇੰਸਦਾਨਾਂ ਨੇ, ਪਰਮਿੰਦਰ ਜੀ, ਇਹ ਗੱਲ ਆਖ ਦਿੱਤੀ ਹੈ ਕਿ ਇਹ ਆਉਣੀ ਅਟਲ ਹੈ, ਜੀ ਤੀਸਰੀ ਲਹਿਰ। ਜੀ ਇਸ ਨੂੰ ਤੁਸੀਂ ਰੋਕ ਨਹੀਂ ਸਕਦੇ। ਹੁਣੇ ਹੀ ਕਹਿੰਦੇ ਸਾਨੂੰ ਤਿਆਰੀ ਕਰਨੀ ਪਏਗੀ ਜੀ ਤੇ ਛੇਤੀ ਆ ਸਕਦੀ ਹੈ ਤੇ ਅਗਲੇ 2 ਮਹੀਨਿਆਂ ਦੇ ਵਿੱਚ ਆਪਣੇ ਸਿਖਰ ਤੇ ਵੀ ਪਹੁੰਚ ਸਕਦੀ ਹੈ। ਜੀ ਹੁਣ ਪਹਿਲੀ ਲਹਿਰ ਤੇ ਦੂਸਰੀ ਲਹਿਰ ਦੇ ਵਿੱਚ ਕਾਫੀ ਅੰਤਰ ਸੀ। ਜੀ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਸਭ ਕੁਝ ਖੋਲ੍ਹਣਾ ਸ਼ੁਰੂ ਹੋ ਗਿਆ ਸੀ ਜੀ ਤੇ ਲਹਿਰ ਜਾ ਕੇ ਆਈ ਹੈ ਹੁਣ ਮਾਰਚ ਵਿੱਚ। ਪਰ ਹੁਣ ਸਥਿਤੀ ਕਹਿੰਦੇ ਨੇ ਕਿ ਤੀਸਰੀ ਲਹਿਰ ਨੇ ਜ਼ਿਆਦਾ ਟਾਈਮ ਨਹੀਂ ਲਾਉਣਾ। ਹੁਣ ਇਸ ਨੂੰ ਜਿਹੜਾ ਵਾਇਰਸ ਹੈ, ਜੀ ਜਿਹੜੇ ਵਾਇਰਸ ਆਏ ਸੀ ਅਲਫਾ, ਬੀਟਾ, ਗਾਮਾ ਤੇ ਡੈਲਟਾ ਪਲੱਸ ਜਿਹੜਾ ਹੈ ਇਹ ਪਾਇਆ ਗਿਆ। ਜੀ ਇਸ ਦੇ ਕੇਸ ਜਿਹੜੇ ਨੇ ਉਹ ਕਿਵੇਂ ਆਉਂਦੇ ਨੇ? ਤੇ ਡੈਲਟਾ ਪਲੱਸ ਨੂੰ WHO ਨੇ, ਵਰਲਡ ਹੈਲਥ ਆਰਗੇਨਾਈਜੇਸ਼ਨ, ਵਿਸ਼ਵ ਸਿਹਤ ਸੰਗਠਨ ਨੇ ਕਹਿ ਦਿੱਤਾ ਹੈ ਕਿ ਬੜਾ ਨਾਸਟੀ ਹੈ, ਖਤਰਨਾਕ ਹੈ ਜੀ ਤੇ ਦੁਨੀਆ ਵਿੱਚ ਇਹ ਫੈਲਣਾ ਸ਼ੁਰੂ ਹੋ ਗਿਆ ਹੈ ਤੇ ਇਸ ਦੇ ਹੁਣ ਕੇਸ ਹੁਣ ਰੋਜ਼ਾਨਾ ਵਧਣਗੇ ਦੁਨੀਆ ਵਿੱਚ। ਜੀ ਕੀ ਪਤਾ ਕਿੱਥੇ ਵਧਣਗੇ। ਅਮਰੀਕਾ ਵਿੱਚ ਜਿੱਥੇ ਇੰਨਾ ਟੀਕਾਕਰਨ ਹੋ ਚੁੱਕਾ, ਜਾਂ ਜਿਨ੍ਹਾਂ ਦੇਸ਼ਾਂ ਨੇ ਪੂਰਨ ਤੌਰ ਤੇ ਲਾਕਡਾਊਨ ਜਿਹੜਾ ਤਕਰੀਬਨ ਖੋਲ੍ਹ ਦਿੱਤਾ ਹੈ, ਜੀ ਇੰਗਲੈਂਡ ਦੇ ਵਿੱਚ ਵੀ ਪ੍ਰਧਾਨ ਮੰਤਰੀ ਨੇ ਬਹੁਤ ਰਿਆਇਤਾਂ ਦੇ ਦਿੱਤੀਆਂ ਨੇ। ਜੀ ਹੁਣ ਇਹ ਦੇਖਣਾ ਬਣਦਾ ਹੈ ਕਿ ਕਿੱਥੇ ਇਹ ਵੱਧਦਾ ਹੈ ਤੇ ਜਾਂ ਸਾਇੰਸਦਾਨਾਂ ਨੇ ਸਿਰਫ ਹੋਰ ਜਰਾ ਕੁ ਲੋਕਾਂ ਨੂੰ ਡਰਾ ਧਮਕਾ ਰਹੇ ਨੇ ਕਿ ਭਾਈ ਤੁਸੀਂ ਜਰਾ ਖਿਆਲ ਰੱਖੋ, ਹਜੇ ਪ੍ਰੋਟੋਕਾਲ ਦੀ ਪਾਲਣਾ ਕਰੋ, ਮਤਲਬ ਜੀ। ਐਂਥਨੀ ਫਾਊਚੀ ਨੇ ਵੀ ਕਹਿ ਦਿੱਤਾ ਹੂੰ ਕਿ ਇਹ ਨਾਸਟੀ ਹੈ ਵਾਇਰਸ, ਜੀ ਬੜਾ ਅਜੀਬ ਕਿਸਮ ਦਾ, ਸਟਰੋਂਗ ਹੈ ਤੇ ਇਸ ਨੂੰ ਸੰਭਾਲਣਾ ਸਾਨੂੰ ਮੁਸ਼ਕਲ ਹੋਵੇਗਾ ਜੇ ਇੱਕ ਵਾਰੀ ਨਿਕਲ ਗਿਆ ਹੱਥੋਂ। ਜੀ ਇਸ ਦਾ ਇਲਾਜ ਤੇ ਟੀਕਾਕਰਨ ਹੀ ਦੱਸਿਆ ਜਾ ਰਿਹਾ ਹੈ ਜੀ ਤੇ ਬਾਕੀ ਪ੍ਰੀਕਾਸ਼ਨ ਨੇ। ਜੀ ਸਮਾਜਿਕ ਦੂਰੀ ਹੈ, ਮਾਸਕ ਹੈ, ਨਿਯਮ ਨੇ, ਔਰ ਜਿਹੜਾ ਸਾਰੀਆਂ ਉਹੀ ਗੱਲਾਂ ਜਿਹੜੀਆਂ ਪਿਛਲੇ ਸਾਲ ਤੋਂ ਚੱਲ ਰਹੀਆਂ ਨੇ, ਜੀ ਉਹਨਾਂ ਵਿੱਚ ਕੋਈ ਬਦਲਾਅ ਨਹੀਂ। ਜੀ ਪਰ ਭਾਰਤ ਦੇ ਸਾਇੰਸਦਾਨਾਂ ਨੇ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਹਿ ਦਿੱਤਾ ਹੈ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਵੀ ਤੇ ਰਾਜ ਸਰਕਾਰਾਂ ਨੂੰ ਵੀ, ਜੀ ਕਿ ਭਾਈ ਤੁਸੀਂ ਸਿੱਧੇ ਹੋ ਜਾਓ, ਨਹੀਂ ਤੇ ਇਹ ਲਹਿਰ ਜਿਹੜੀ ਅਗਲੀ ਆ ਸਾਨੂੰ ਇੱਕ ਵਾਰੀ ਫੇਰ ਸਾਨੂੰ ਜਿਹੜਾ ਇਹ ਖਰਾਬ ਕਰੇਗੀ। ਜੀ ਕੁਲਦੀਪ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਕੁਦਰਤ ਨਾਲ ਜ਼ਿਆਦਾ ਖਿਲਵਾੜ ਕਰਕੇ ਸਾਰਾ ਕੁਝ ਵਾਪਰ ਰਿਹਾ ਹੈ ਕਿ ਕੋਈ ਹੋਰ ਵੀ ਵਜ੍ਹਾ ਹੈ? ਕੁਦਰਤ ਇਹ ਹਮੇਸ਼ਾ ਵੈਸੇ ਹੁੰਦਾ ਤਾਂ ਇਦਾਂ ਹੀ ਆ। ਜੀ ਹੁਣ ਜਿਵੇਂ ਗਾਵਾਂ ਦੇ ਵਿੱਚ ਇੱਕ ਬਿਮਾਰੀ ਆਈ ਸੀ, ਉਹਨਾਂ ਦੇ ਮੀਟ ਦੇ ਵਿੱਚ ਮੈਡ ਕਾਊ ਡਿਜ਼ੀਜ਼ ਨਾਂ ਦੀ ਜਿਹੜੀ ਸੀ ਉਹ ਪਾਈ ਗਈ। ਜੀ ਉਹ ਵੀ ਇੱਕ ਖਿਲਵਾੜ ਸੀ ਇੱਕ ਕਿਸਮ ਦਾ, ਜੀ ਕਿ ਜਦੋਂ ਉਹ ਇੱਕ ਖਾਸ ਤਰੀਕੇ ਨਾਲ ਉਹਨਾਂ ਨੂੰ ਖੁਰਾਕ ਦਿੱਤੀ ਜਾਂਦੀ ਸੀ ਤੇ ਉਹਨਾਂ ਵਿੱਚ ਬਿਮਾਰੀ ਪੈਦਾ ਹੁੰਦੀ ਸੀ। ਬੜਾ ਰੌਲਾ ਰੱਪਾ ਪਿਆ ਸੀ ਬੀਫ ਦੀ, ਜਿਹੜੇ ਮੁਲਕ ਬਾਹਰ ਬੀਫ ਭੇਜਦੇ ਸਨ ਉਹਨਾਂ 'ਚ ਰੋਕ ਲੱਗ ਗਈ ਸੀ। ਜੀ ਹੁਣ ਇਸ ਨੂੰ ਜਿਹੜਾ ਹੁਣ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਕਹਿੰਦੀ ਹੈ, ਜੀ ਉਹ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਜਿਹੜੇ ਹੁਣ ਜਿਹੜੀਆਂ ਰੋਕਾਂ ਹਟਾਈਆਂ ਜਾ ਰਹੀਆਂ ਨੇ, ਜੀ ਇੱਥੋਂ ਆਪਣੇ ਆਪ ਨੂੰ ਮੋੜੋ। ਜੀ ਉਹਨਾਂ ਨੇ ਕਿਹਾ ਕਿ ਸਾਡੇ ਧਾਰਮਿਕ ਯਾਤਰਾਵਾਂ ਜੀ ਜਾਂ ਸਾਡੇ ਸਮਾਗਮ ਜਾਂ ਦਿਨ, ਇੱਥੋਂ ਤੱਕ ਕਿ 15 ਅਗਸਤ ਵੀ ਆਉਣ ਵਾਲੀ ਹੈ, ਜੀ ਇਹ ਸਾਰੀਆਂ ਚੀਜ਼ਾਂ ਫੇਰ ਵੀ ਹੋ ਸਕਦੀਆਂ ਨੇ। ਜੀ ਅਸੀਂ ਥੋੜ੍ਹੇ ਤਰੀਕੇ ਨਾਲ ਕੰਟਰੋਲ ਕਰਕੇ ਵੀ ਮਨਾ ਸਕਦੇ ਹਾਂ, ਜੀ ਪਰ ਇਸ ਤੋਂ ਖਬਰਦਾਰ ਰਹਿਣਾ ਜ਼ਰੂਰੀ ਹੈ। ਯਾਤਰਾਵਾਂ ਸਾਡੀਆਂ ਫੇਰ ਹੋ ਜਾਣਗੀਆਂ। ਤੀਸਰੀ ਲਹਿਰ ਤੋਂ ਬਚ ਜਾਈਏ ਤਾਂ ਫੇਰ ਅਸੀਂ ਕਾਮਯਾਬ ਹੋਵਾਂਗੇ। ਜੀ ਭਾਰਤ ਲਈ ਬਚਣਾ ਇਸ ਲਈ ਜ਼ਰੂਰੀ ਹੈ ਸਭ ਤੋਂ, ਕਿਉਂਕਿ ਭਾਰਤ ਵਿੱਚ ਸਿਰਫ ਅਜੇ 22-23% ਦੀ ਆਬਾਦੀ ਨੂੰ ਪਹਿਲੀ ਡੋਜ਼ ਲੱਗੀ ਹੈ ਜੀ ਤੇ 2 ਡੋਜ਼ਾਂ ਤਾਂ 5-6 ਨੂੰ ਲੱਗੀਆਂ ਨੇ, 5.5% ਨੂੰ ਲੱਗੀਆਂ ਨੇ। ਜੀ ਇਸ ਕਰਕੇ ਭਾਰਤ ਦੇ ਵਾਸਤੇ ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ
ਤੇ ਮੈਡੀਕਲ ਐਸੋਸੀਏਸ਼ਨ ਨੇ ਕਹਿ ਦਿੱਤਾ ਕਿ ਜਿਹੜੀਆਂ ਰੋਕਾਂ ਹਟਾਈਆਂ ਜਾ ਰਹੀਆਂ ਨੇ ਇਸ ਨਾਲ ਲੋਕਾਂ ਵਿੱਚ ਗਲਤ ਮੈਸੇਜ ਆ ਰਿਹਾ ਜੀ। ਤੇ ਲੋਕ ਇਹ ਸਮਝ ਰਹੇ ਨੇ ਕਿ ਕਰੋਨਾ ਵਗੈਰਾ ਹੁਣ ਖਤਮ ਹੋ ਚੁੱਕਾ ਹੈ ਤੇ ਅਸੀਂ ਜੋ ਮਰਜ਼ੀ ਅਸੀਂ ਕਰ ਸਕਦੇ ਹਾਂ। ਜੀ ਇਹ ਜਦ ਕਿ ਅਜਿਹੀ ਸਥਿਤੀ ਨਹੀਂ ਹੈ, ਸਾਨੂੰ ਇਸ ਤੋਂ ਬਚਾਅ ਜੇ ਰੱਖਣਾ ਚਾਹੀਦਾ ਹੈ ਤੇ ਸਾਨੂੰ ਸਮਾਜਿਕ ਦੂਰੀ ਤੇ ਬਾਕੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਜੀ ਕੁਲਦੀਪ ਜੀ, ਲੋਕਾਂ ਨੂੰ ਇੰਜ ਵੀ ਲੱਗਦਾ ਹੈ ਕਿ ਜ਼ਿੰਦਗੀ ਰਵੇ ਨਾ ਰਵੇ, ਘੁੰਮ ਫਿਰ ਲਈਏ ਤੇ ਥੋੜਾ ਜਿਹਾ ਆਨੰਦ ਤਾਂ ਲੈ ਲਈਏ ਜ਼ਿੰਦਗੀ ਦਾ। ਮੇਰਾ ਖਿਆਲ ਹੈ ਕਿ ਇੰਨੇ ਜ਼ਿਆਦਾ ਲਾਪਰਵਾਹ ਹੋਣ ਦੀ ਲੋੜ ਨਹੀਂ ਅਜੇ, ਤੇ ਇਹ ਸਾਨੂੰ ਲਾਪਰਵਾਹੀ ਜਿਹੜੀ ਹੈ ਕਿਤੇ ਨਾ ਕਿਤੇ ਲੈ ਕੇ ਜਾਵੇਗੀ। ਜੀ ਔਰ ਤੁਸੀਂ ਇਸ ਚੀਜ਼ ਦਾ ਤੁਸੀਂ ਦੇਖੋ ਕਿ ਜਿਹੜਾ ਪਿਛਲੇ 1-2 ਮਹੀਨਿਆਂ ਦੇ ਵਿੱਚ ਜੋ ਕੁਝ ਹੋਇਆ ਭਾਰਤ ਦੇ ਵਿੱਚ, ਅਸੀਂ ਅੰਕੜੇ ਵੀ ਦੁਨੀਆ ਨੂੰ ਦਿਖਾਉਣ ਤੋਂ ਸ਼ਰਮਾ ਰਹੇ ਹਾਂ। ਅਸੀਂ ਚੀਨ ਨਾਲ ਮੁਕਾਬਲਾ ਨਾ ਕਰੀਏ, ਕਿਉਂਕਿ ਚੀਨ ਦਾ ਜਿਹੜਾ ਇੱਕ ਸਿਸਟਮ ਹੋਰ ਹੈ। ਅਸੀਂ ਤੇ ਇੱਕ ਓਪਨ ਮੁਲਕ ਹੈ, ਓਪਨ ਸੁਸਾਇਟੀ ਨੂੰ ਅਸੀਂ ਸਪੋਰਟ ਕਰਦੇ ਹਾਂ ਤੇ ਸਾਨੂੰ ਇਹ ਸਾਰਾ ਕੁਝ ਗੱਲਾਂ ਜਿਹੜੀਆਂ ਕਲੀਅਰ ਕਰਨੀਆਂ ਚਾਹੀਦੀਆਂ। ਜੇ ਸਾਡੇ ਕੋਲ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਜਿਹੜੀਆਂ ਸਾਡੇ ਲਈ ਦਿਨ ਰਾਤ ਮਿਹਨਤ ਕਰ ਰਹੀਆਂ ਨੇ, ਜਿਹੜੇ ਸਾਇੰਸਦਾਨ ਲੱਗੇ ਹੋਏ ਨੇ, ਸਾਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਪਰ ਭਾਰਤ ਵਿੱਚ ਅਸਲੋਂ ਜਿਹੜੀ ਗੱਲ ਹੈ ਉਹ ਟੀਕਿਆਂ ਦੀ ਘਾਟ ਹੈ। ਕੰਪਨੀਆਂ ਨੂੰ ਬਾਹਰੋਂ ਛੇਤੀ ਟੀਕੇ ਲਿਆਉਣ ਲਈ ਜਿਹੜੀ ਇੱਕ ਮੁਹਿੰਮ ਚੱਲ ਰਹੀ ਸੀ ਮਹੀਨਾ ਕੋ ਪਹਿਲਾਂ, ਉਹ ਕਿਸੇ ਠੰਡੇ ਬਸਤੇ ਵਿੱਚ ਪੈ ਕੇ ਜਾਪਦੀ ਹੈ। ਔਰ ਕੋਵੀਸ਼ੀਲਡ ਜਿਹੜਾ ਹੈ ਉਸ ਦੀ ਜਿਹੜੀ ਖੇਪਾਂ ਜਿਹੜੀਆਂ ਨੇ ਭਾਰਤ ਵਿੱਚ ਸਮੇਂ-ਸਮੇਂ ਤੇ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਨੇ, ਪਰ ਜਿਹੜੀ ਕੋਵੈਕਸਿਨ ਦੀ ਜਿਹੜੀ ਇੱਕ ਫੈਸਿਲਿਟੀ ਹੈ ਜੋ ਉਹਨਾਂ ਦੀ ਫੈਕਟਰੀ ਹੈ ਬੈਂਗਲੌਰ ਦੇ ਵਿੱਚ, ਉਹਦੇ ਵਿੱਚ ਕੋਈ ਸਮੱਸਿਆ ਚੱਲ ਰਹੀ ਹੈ ਜਿਹਦੇ ਕਰਕੇ ਟੀਕਿਆਂ ਦੀ ਵੱਡੀ ਘਾਟ ਜਿਹੜੀ ਆ ਪਾਈ ਜਾ ਰਹੀ ਹੈ। ਬਾਹਰਲੇ ਦੇਸ਼ਾਂ ਤੋਂ ਕੋਵੈਕਸਿਨ ਨੂੰ ਜਿਹੜਾ ਇੱਕ ਆਰਡਰ ਮਿਲੇ ਹੋਏ ਸੀ ਉਹ ਕੈਂਸਲ ਹੋ ਗਿਆ, ਝਟਕਾ ਲੱਗਾ, ਪਰ ਕੋਵੀਸ਼ੀਲਡ ਦੇ ਟੀਕੇ ਜਿਹੜੇ ਨੇ ਉਹ ਬਾਹਰ ਰੂਬੀ ਭੇਜਣੇ ਪੈ ਰਹੇ ਨੇ। ਪਰ ਬਾਹਰੋਂ ਕੁਛ ਇਹਨਾਂ ਨੂੰ ਆ ਰਿਹਾ ਜਾਂ ਨਹੀਂ ਆ ਰਿਹਾ, ਇਸ ਬਾਰੇ ਕੋਈ ਸਰਕਾਰ ਅਜੇ ਕਲੀਅਰ ਪੱਤੇ ਨਹੀਂ ਖੋਲ ਰਹੀ। ਹਾਂ, ਇੰਨੀ ਕੁ ਗੱਲ ਜ਼ਰੂਰ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਹਿਸਾਬ ਜਿਹੇ ਨਾਲ ਟੀਕੇ ਲਾ ਦਿੱਤੇ ਜਾਣ। ਜਿਹੜੇ ਕਰੌਲਾ ਰੱਪਾ ਜਿਹਾ ਕਿ ਰਾਜ ਸਰਕਾਰਾਂ ਪਾਉਂਦੀਆਂ ਸੀ ਕਿ ਉਸ ਇਹਨਾਂ ਦਾ ਮੂੰਹ ਛੋਟਾ ਥੋੜ੍ਹਾ ਜਿਹਾ ਬੰਦ ਕਰਕੇ ਰੱਖੀਏ ਕੋਈ, ਤਾਂ ਕਿ ਬਹੁਤਾ ਰੌਲਾ ਨਾ ਪਾਵੇ ਤੇ ਅਸੀਂ ਜਿੰਨੇ ਕੁ ਟੀਕੇ ਉਹਨਾਂ ਨੂੰ ਚਾਹੀਦੇ ਨੇ ਉਹ ਦਿੰਦੇ ਰਹੀਏ। ਜੀ ਕੁਲਦੀਪ ਜੀ, ਕਰੋਨਾ ਦਾ ਵਿਸ਼ਾ ਇੰਨਾ ਵਿਸ਼ਾਲ ਹੈ ਕਿ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ, ਪਰ ਹੁਣ ਸਿਆਸਤ ਵੱਲ ਪਰਤੀਏ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਤਵਾਦ ਸੰਬੰਧੀ ਕੋਈ ਬਿਆਨ ਦਿੱਤਾ ਹੈ। ਗਾਂਧੀ ਨਗਰ ਦੇ ਵਿੱਚ ਗੁਜਰਾਤ ਦੇ ਵਿੱਚ ਉਹ ਗਏ ਹੋਏ ਸੀ। ਗਾਂਧੀ ਨਗਰ 'ਚ ਆ ਕੇ ਉਹਨਾਂ ਨੇ ਉੱਥੇ ਇੱਕ ਫੋਰੈਂਸਿਕ ਇੰਸਟੀਚਿਊਟ ਹੈ, ਫੋਰੈਂਸਿਕ ਜਿਹੜੀ ਇੱਕ ਜਾਂਚ ਕਰਨ ਦਾ ਤਰੀਕਾ ਹੈ, ਉਹ ਫੋਰੈਂਸਿਕ ਲੈਬੋਰਟਰੀਜ਼ ਹਰ ਜਗ੍ਹਾ ਹੁੰਦੀਆਂ ਨੇ। ਜਿਉਂ-ਜਿਉਂ ਦੁਨੀਆ ਨੇ ਤਰੱਕੀ ਕੀਤੀ, ਜਿਵੇਂ ਤੁਸੀਂ ਕਿਹਾ ਸੀ ਕਿ ਕੁਦਰਤ ਨਾਲ ਖਿਲਵਾੜ ਹੈ, ਪਰ ਹੁਣ ਤੁਸੀਂ ਦੇਖੋ ਕਿ ਜਦੋਂ ਕੋਈ ਜੁਰਮ ਹੁੰਦਾ ਹੈ ਤਾਂ ਉੱਥੇ ਕਿਹੜੀਆਂ ਚੀਜ਼ਾਂ ਨੂੰ ਮੈਚ ਕੀਤਾ ਜਾਂਦਾ ਹੈ। ਫਿੰਗਰਪ੍ਰਿੰਟਸ ਵੀ ਦੇਖੇ ਜਾਂਦੇ ਨੇ, ਬਲੱਡ ਦੇ ਸੈਂਪਲ ਨੇ, ਹੋਰ ਸਾਰੀਆਂ ਚੀਜ਼ਾਂ, ਫੋਰੈਂਸਿਕ ਹਰ ਚੀਜ਼ ਦੀ ਜਾਂਚ ਹੁੰਦੀ ਹੈ। ਉਹ ਫੋਰੈਂਸਿਕ ਦਾ ਹੀ ਕੰਮ ਹੁੰਦਾ ਹੈ ਤੇ ਬੜਾ ਵੱਡਾ ਮਹਿਕਮਾ ਬਣ ਚੁੱਕਾ ਹੈ ਦੁਨੀਆ ਭਰ ਦੇ ਵਿੱਚ। ਉਹ ਇਸੇ ਤਰ੍ਹਾਂ ਦਾ ਇੱਕ ਇੰਸਟੀਚਿਊਟ ਜਿਹੜਾ ਹੈ ਉਸ ਦਾ ਉਦਘਾਟਨ ਕਰਨ ਉੱਥੇ ਗਏ ਹੋਏ ਸੀ ਤੇ ਜਿੱਥੇ ਜਿਹੜੀਆਂ ਲੇਟੈਸਟ ਤਕਨੀਕਾਂ ਨੇ ਦੁਨੀਆ ਭਰ ਦੀਆਂ, ਉਹ ਜਿਹੜੀਆਂ ਟ੍ਰੇਨਿੰਗ ਉੱਥੇ ਦਿੱਤੀ ਜਾਵੇਗੀ ਤੇ ਉਹਨਾਂ ਨੂੰ ਫਿਰ ਪੂਰੇ ਭਾਰਤ ਦੇ ਵਿੱਚ ਜਿਹੜੇ ਹਨ, ਜਿਵੇਂ ਉਹਨਾਂ ਕੋਲ ਨੌਕਰੀਆਂ ਦੇਣਗੇ ਜਾਂ ਜਿਵੇਂ ਵੀ ਹੈ, ਉਹ ਟ੍ਰੇਨਿੰਗ ਇੰਸਟੀਚਿਊਟ ਦੇ ਤੌਰ ਤੇ ਕੰਮ ਕਰੇਗਾ। ਉਹਨਾਂ ਨੇ ਉੱਥੇ ਨਾਰਕੋ ਅੱਤਵਾਦ ਦੀ ਗੱਲ ਕੀਤੀ ਹੈ, ਨਾਰਕੋ ਟੈਰੋਰਿਜ਼ਮ। ਹੁਣ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਭਾਰਤ ਦੇ ਵਿੱਚ ਤੇ ਕਾਂਗਰਸ ਦੇ ਆਗੂ ਇੱਕ ਕਹਿੰਦੇ ਸੀ, ਦਿਗਵਿਜੇ ਸਿੰਘ ਸਾਬਕਾ ਮੁੱਖ ਮੰਤਰੀ ਵੀ ਸੀ ਉਹ ਤੇ ਕੇਂਦਰੀ ਮੰਤਰੀ ਵੀ ਰਹੇ ਨੇ, ਉਹਨਾਂ ਨੇ ਕਹਿੰਦੇ ਇੱਕ ਲਫ਼ਜ਼ ਵਰਤੇ ਹੁੰਦੇ ਸੀ, ਭਗਵਾਂ ਅੱਤਵਾਦ। ਜ਼ਾਹਿਰਾ ਤੌਰ ਤੇ ਉਹਨਾਂ ਦਾ ਜਿਹੜਾ ਨਿਸ਼ਾਨਾ ਸੀ ਜੋ ਰੈਡੀਕਲਾਈਜੇਸ਼ਨ ਵੱਲ, ਜੋ RSS ਜਾਂ ਵਿਸ਼ਵ ਹਿੰਦੂ ਪ੍ਰੀਸ਼ਦ ਵੱਲ, ਮੈਂ ਉਹਨਾਂ ਦੇ ਇੱਕ ਬਿਆਨ ਦੀ ਸਪੋਰਟ ਨਹੀਂ ਕਰਦਾ, ਪਰ ਉਹਨਾਂ ਨੇ, ਮੈਂ ਸਿਰਫ ਐਗਜ਼ਾਮਪਲ ਦਿੱਤੀ ਹੈ, ਉਦਾਹਰਨ ਦਿੱਤੀ ਹੈ, ਕੋਈ ਇਸ ਤਰ੍ਹਾਂ ਆਖਦੇ ਸਨ। ਉਹ ਉਹਨਾਂ ਦਾ ਆਪਣਾ ਬਣਾਇਆ ਹੋਇਆ ਲਫ਼ਜ਼ ਸੀ, ਪਰ ਨਾਰਕੋ ਟੈਰਰਿਜ਼ਮ ਜਿਹੜਾ ਹੈ ਦੁਨੀਆ ਵਿੱਚ ਕਈ ਜਗ੍ਹਾ ਇਹ ਨੋਨ ਹੈ, ਇਹਦੇ ਬਾਰੇ ਪਤਾ ਹੈ। ਉਹ ਇਹ ਹੈ ਕਿ ਦੂਸਰੇ ਦੇਸ਼ ਨੂੰ ਥੱਲੇ ਲਾਉਣ ਲਈ ਸ਼ਰੀਕ ਨੂੰ, ਉਸ ਦੇਸ਼ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ, ਉਸ ਦਾ ਫੈਲਾਅ, ਉਸ ਨਾਲ ਸੰਬੰਧਿਤ ਚੀਜ਼ਾਂ ਜਿਸ ਦੇ ਵਿੱਚ ਸਮਗਲਰ, ਗੁੰਡਾਗਰਦੀ ਤੇ ਨਾਲ ਅਗਵਾ ਦੀਆਂ ਘਟਨਾਵਾਂ ਤੇ ਕਾਨੂੰਨ ਨੂੰ ਤੋੜਨਾ, ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣਾ ਤੇ ਕਾਨੂੰਨ ਨੂੰ ਕਮਜ਼ੋਰ ਕਰਕੇ ਵਿਖਾਉਣਾ ਕਿ ਕਿਸ ਨੂੰ ਆਪਣੇ ਜਿਸ ਮਰਜ਼ੀ ਤਰੀਕੇ ਨਾਲ ਅਸੀਂ ਤੋੜ ਮਰੋੜ ਸਕਦੇ ਹਾਂ, ਇਹ ਨਾਰਕੋ ਅੱਤਵਾਦ ਦੇ ਵਿੱਚ ਅਖਵਾਉਂਦਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਨੂੰ ਇਸ ਤੋਂ ਬਹੁਤ ਵੱਡਾ ਖਤਰਾ ਹੈ ਨਾਰਕੋ ਅੱਤਵਾਦ ਤੋਂ। ਰੌਲਾ ਤਾਂ ਪਹਿਲਾਂ ਵੀ ਪੈਂਦਾ ਰਿਹਾ, ਹੁਣ ਇੱਕ ਟ੍ਰਾਇੰਗਲ ਬਣਦੀ ਹੈ। ਕਹਿੰਦੇ ਨੇ ਕਿ ਈਰਾਨ, ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿੱਚ ਇੱਕ ਖਾਸ ਪਹਾੜੀਆਂ ਦਾ ਇਲਾਕਾ ਜਿੱਥੇ ਵਰਲਡ ਦੀ 90% ਦੀ ਫੀਮ ਜਿਹੜੀ ਉਹ ਆਈ ਜਾਂਦੀ ਹੈ ਨੌਨ ਮੈਡੀਕਲ ਪਰਪਸ ਵਾਸਤੇ, ਨੌਨ ਫਾਰਮਾਸਿਊਟੀਕਲ ਲਈ, ਭਾਵ ਉਹ ਦਵਾਈਆਂ 'ਚ ਨਹੀਂ ਪੈਂਦੀ, ਉਹ ਇਵੇਂ ਹੀ ਖਪਤ ਹੁੰਦੀ ਹੈ। ਹੁਣ ਇਹ ਅਫੀਮ ਦਾ ਇੱਕ ਹੈ, ਡਾਕਟਰ ਧਰਮਵੀਰ ਗਾਂਧੀ ਕਹਿੰਦੇ ਨੇ ਕਿ ਅਫੀਮ ਨੂੰ ਖੋਲ੍ਹ ਦੇਣਾ ਚਾਹੀਦਾ, ਪਰ ਇਹ ਕੈਮੀਕਲ ਨਸ਼ੇ ਨੇ ਜਿਹੜੇ ਖਾ ਰਹੇ ਨੇ ਸਾਡੀ ਨੌਜਵਾਨ ਨੇ। ਪੰਜਾਬ ਵਿੱਚ ਤੇ ਰੌਲਾ ਪੈਂਦੇ ਨੂੰ ਕਿੰਨੇ ਸਾਲ ਹੋ ਗਏ ਨੇ ਕਿ ਨਸ਼ਈ ਹੋ ਗਏ ਸਾਡੇ ਨੌਜਵਾਨ, ਮੋੜਾ ਤੇ ਪਿਆ ਆਪਣੇ ਤੌਰ ਤੇ, ਲੋਕ ਥੋੜੇ ਸੁਚੇਤ ਹੋਏ ਨੇ, ਮਾਰੇ ਵੀ ਬਹੁਤ ਗਏ ਨੇ ਮਾਵਾਂ ਦੇ ਪੁੱਤ, ਪਰ ਓਵਰਆਲ ਭਾਰਤ ਇਸ ਸਮੱਸਿਆ ਨਾਲ ਜੂਝ ਰਿਹਾ। ਅਮਿਤ ਸ਼ਾਹ ਨੇ ਇਹ ਇਸ਼ਾਰਾ ਕੀਤਾ ਕਿ ਸਾਨੂੰ ਇਸ ਅੱਤਵਾਦ ਨਾਲ ਨਜਿੱਠਣ ਲਈ ਕੋਈ ਤਕੜੇ ਕਦਮ ਉਠਾਉਣੇ ਪੈਣਗੇ। ਇਹ ਸਾਡੇ ਲਈ ਇੱਕ ਵੱਡੀ ਸਮੱਸਿਆ ਕਿ ਸਾਡਾ ਆਲਾ ਦੁਆਲਾ ਇਹੋ ਜਿਹਾ ਹੈ
ਜਿੱਥੇ ਇਹੋ ਜਿਹੀਆਂ ਵਸਤਾਂ ਨੂੰ ਜਿਹੜੀਆਂ ਪ੍ਰਮੋਟ ਕੀਤਾ ਜਾਂਦਾ ਤੇ ਸਾਡੇ ਦੇਸ਼ ਦੇ ਵਿੱਚ ਇਸ ਨੂੰ ਰੋਕਣ ਲਈ ਸਾਡੇ ਕੋਲ ਪੁਖਤਾ ਸਿਸਟਮ ਨਹੀਂ ਹੈ। ਜੀ ਹੁਣ ਉਹਨਾਂ ਦੀ ਗੱਲ ਕੀਤੀ ਹੋਈ ਕਿ ਇਹ ਵਾਕਿਆ ਉਹ ਗੱਲ ਸੀਰੀਅਸ ਨੇ ਜੀ ਇਸ ਨੂੰ ਰੋਕਣ ਵਾਸਤੇ, ਫਿਰ ਤਾਂ ਵਧੀਆ ਗੱਲ ਹੈ। ਜੀ ਤੇ ਉਹਨਾਂ ਨੇ ਗੱਲ ਜਿਹੜੀ ਕੀਤੀ ਹੈ ਕਿ ਖਤਰਾ ਹੈ, ਗੱਲ ਬਿਲਕੁਲ ਉਹਨਾਂ ਦੀ ਵਾਜਬ ਹੈ, ਸਹੀ ਹੈ, ਇਹ ਨਹੀਂ ਹੋਣਾ ਚਾਹੀਦਾ ਔਰ ਇਸ ਨੂੰ ਰੋਕਣ ਲਈ ਕੋਈ ਨਾ ਕੋਈ ਸਰਕਾਰ ਨੂੰ ਕਰਨਾ ਚਾਹੀਦਾ। ਜੀ ਕੁਲਦੀਪ ਜੀ, ਬੜੇ ਸੋਹਣੇ ਤਰੀਕੇ ਨਾਲ ਤੁਸੀਂ ਸਵਾਲ ਦਾ ਜਵਾਬ ਦਿੱਤਾ ਜਿਹੜਾ ਮੈਂ ਪੁੱਛਿਆ ਸੀ। ਇਸ ਤੋਂ ਬਾਅਦ ਅਗਲੇ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ, ਪਰ ਇਸ ਵੇਲੇ ਵੇਲਾ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਪਿਛਲੇ ਦਿਨੀ ਅਸੀਂ ਜਨਸੰਖਿਆ ਕੰਟਰੋਲ ਦਿਵਸ ਮਨਾਇਆ ਸੀ ਕਿ ਜਨਸੰਖਿਆ ਦਿਵਸ ਮਨਾਇਆ ਸੀ, ਤੇ ਇਹਦੇ ਨਾਲ ਜੇ ਗੱਲ ਕਰੀਏ ਆਬਾਦੀ ਕੰਟਰੋਲ ਬਿੱਲ ਦੀ, ਤਾਂ ਬਿੱਲ ਦੀ ਗੱਲ ਕਿੱਥੋਂ ਚੱਲੀ ਤੇ ਅੱਗੇ ਕੀ ਹੋਏਗਾ? ਗੱਲ ਤਾਂ ਗਾਹੇ ਬਗਾਹੇ ਚੱਲਦੀ ਰਹਿੰਦੀ ਹੈ। ਜੀ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ, ਜੀ ਉਦੋਂ ਸੰਜੇ ਗਾਂਧੀ ਤੇ ਉਹਨਾਂ ਦੇ ਸਾਥੀਆਂ ਤੇ ਇਲਜ਼ਾਮ ਲੱਗਦੇ ਸਨ ਕਿ ਇਹਨਾਂ ਨੇ ਲੋਕਾਂ ਦੀ ਧੱਕੇ ਨਾਲ ਆਪਰੇਸ਼ਨ ਕਰਕੇ ਆਬਾਦੀ ਨੂੰ ਰੋਕਣ ਲਈ ਕੁਝ ਇਹੋ ਜਿਹੇ ਕਦਮ ਚੁੱਕੇ ਜਿਹੜੇ ਕਿ ਲੋਕਤੰਤਰਿਕ ਪਰੰਪਰਾਵਾਂ ਦੇ ਉਲਟ ਸਨ ਜੀ ਤੇ ਉਹਨਾਂ ਦਾ ਚੰਗਾ ਮੈਸੇਜ ਨਹੀਂ ਗਿਆ। ਧੱਕੇ ਨਾਲ ਕੀਤੀ ਜਾਣ ਵਾਲੀ ਤਾਂ ਗੱਲ ਨਹੀਂ ਹੈ, ਜੀ ਨਾ ਹੀ ਸਾਡਾ ਮੁਲਕ ਚੀਨ ਹੈ ਜੀ ਕਿ ਜਿੱਥੇ ਇੰਨੇ ਸਖਤੀ ਨਾਲ ਹੁਕਮ ਲਾਗੂ ਕਰ ਦਿੱਤੇ ਜਾਣ। ਜੀ ਚੀਨ ਦੇ ਵਿੱਚ ਇੱਕ ਬੱਚਾ ਪਾਲਿਸੀ ਅਡਾਪਟ ਕੀਤੀ ਗਈ ਸੀ 2015 ਚ, ਉਸ ਨੂੰ ਖਤਮ ਕੀਤਾ ਗਿਆ ਤੇ ਹੁਣ 2 ਬੱਚਿਆਂ ਵਾਲੀ ਪਾਲਿਸੀ ਨੂੰ ਵੀ ਬਦਲ ਕੇ ਥੋੜਾ ਜਿਹਾ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਮਾਹਿਰ ਇਹ ਮੰਨਦੇ ਨੇ ਕਿ ਫੇਲ ਹੋਈ ਹੈ ਚਾਈਨਾ ਦੀ ਪਾਲਿਸੀ। ਜੀ ਉਹ ਕਹਿੰਦੇ ਨੇ ਕਿ ਉਹਨਾਂ ਨੇ ਗੱਲ ਰੀਅਲਾਈਜ਼ ਕੀਤੀ ਹੈ ਕਿ ਜ਼ਿਆਦਾ ਬੱਚੇ ਦੀ ਸਮੱਸਿਆ ਤਾਂ ਹੈ, ਜ਼ਿਆਦਾ ਆਬਾਦੀ ਦਾ ਤੇਜ਼ੀ ਨਾਲ ਵਧਣਾ, ਜੀ ਪਰ ਇਹ ਕੋਈ ਇਸ ਤਰ੍ਹਾਂ ਰੋਕ ਦੇਣਾ ਜਿਹੜਾ ਹੈ ਉਹ ਚੰਗੀ ਗੱਲ ਨਹੀਂ। ਜੀ ਇਸ ਉਮਰ ਦਰਾਜ਼ ਹੋ ਰਿਹਾ, ਰਿਟਾਇਰ ਹੋ ਰਿਹਾ, ਲੋਕਾਂ ਨੂੰ ਸਪੋਰਟ ਦੀ ਲੋੜ ਸੀ ਤੇ ਉਹਨਾਂ ਵਾਸਤੇ ਇਨਕਮ ਦੀ ਵੀ ਲੋੜ ਸੀ, ਰਿਸੋਰਸਿਸ ਦੀ, ਦੇਸ਼ ਨੂੰ ਕਾਮਿਆਂ ਦੀ, ਹੋਰ ਸਾਰਿਆਂ ਦੀ, ਤੇ ਉਹ ਘਟ ਗਏ ਜੀ ਚੀਨ ਦੇ ਵਿੱਚ ਇੱਕਦਮ। ਜੀ ਤੇ ਕਿਤੇ ਭਾਰਤ ਵਿੱਚ ਵੀ ਉਹ ਗੱਲ ਨਾ ਹੋਵੇ। ਜੀ ਪਰ ਉੱਤਰ ਪ੍ਰਦੇਸ਼ ਤੇ ਅਸਾਮ ਦੀਆਂ ਸਰਕਾਰਾਂ ਥੋੜਾ ਜਿਹਾ ਇਸ ਨੂੰ ਵੱਖਰੇ ਤਰੀਕੇ ਨਾਲ ਦੇਖਦੀਆਂ ਨੇ। ਜੀ ਖੈਰ, ਉੱਤਰ ਪ੍ਰਦੇਸ਼ ਤੇ ਇਲਜ਼ਾਮ ਵੀ ਇਹ ਲੱਗਦੇ ਰਹੇ ਨੇ ਕਿ ਆਬਾਦੀ ਕੰਟਰੋਲ ਕਰਨ ਦੇ ਵਿੱਚ ਉਹ ਬਹੁਤ ਪਿੱਛੇ ਨੇ। ਜੀ ਹਾਲਾਂਕਿ ਜਿਹੜੀਆਂ ਖਬਰਾਂ ਅਖਬਾਰਾਂ 'ਚ ਆਈਆਂ ਨੇ ਜਾਂ ਮੀਡੀਆ ਨੇ ਜਾਂ ਯੂਪੀ ਸਰਕਾਰ ਨੇ ਜਿਹੜੀਆਂ ਯੋਗੀ ਆਦਿੱਤਿਆਨਾਥ ਨੇ ਕੀਤੀਆਂ ਨੇ, ਜੀ ਉਹ ਜੇ ਨਾ ਵੀ ਕਰੀਏ ਤੇ ਇੱਕ ਪੱਖ ਇਹਦਾ ਉਹ ਇਦਾਂ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਕੁਝ ਇੱਕ ਭਾਜਪਾ ਜਾਂ ਆਰਐਸਐਸ ਦੇ ਆਗੂ ਪਿਛਲੇ ਸਮੇਂ ਦੇ ਵਿੱਚ ਇੱਕ ਭਾਈਚਾਰੇ ਤੇ ਇਲਜ਼ਾਮ ਲਾਉਂਦੇ ਰਹਿੰਦੇ ਸਨ ਕਿ ਉਹਨਾਂ ਦੀ ਆਬਾਦੀ ਬਹੁਤ ਜ਼ਿਆਦਾ। ਜੀ ਹੁਣ ਪਿੱਛੇ ਜਿਹਾ ਕੁਝ ਪ੍ਰਾਈਵੇਟ ਤੌਰ ਤੇ ਅੰਕੜਾ ਇਕੱਤਰ ਕਰਨ ਵਾਲੀਆਂ ਕੰਪਨੀਆਂ ਨੇ ਵੀ ਕੰਮ ਕੀਤਾ। ਜੀ ਉਹਨਾਂ ਨੇ ਦੱਸਿਆ ਕਿ ਫਰਕ ਜ਼ਿਆਦਾ ਨਹੀਂ ਹੈ, ਜੀ ਫਰਕ ਹੈ ਥੋੜਾ ਬਹੁਤਾ, ਹੂੰ ਪਰ ਜਿਸ ਤਰ੍ਹਾਂ ਇੱਕ ਭਾਈਚਾਰੇ ਨੂੰ ਭੰਡਿਆ ਜਾਂਦਾ ਸਿਰਫ ਇੱਕ ਭਾਈਚਾਰੇ ਨੂੰ, ਸਥਿਤੀ ਅਜਿਹੀ ਨਹੀਂ ਹੈ। ਓਵਰਆਲ ਜਿਹੜੀ ਹੈ ਗੱਲ ਇਹ ਅਨਪੜ੍ਹਤਾ ਨਾਲ ਰਿਲੇਟਡ ਹੈ। ਲੋਕਾਂ ਕੋਲ ਜਿਹੜੇ ਅਦਰ ਰਿਸੋਰਸਿਸ ਆ, ਜੀ ਮੈਡੀਕਲ ਫੈਸਿਲਿਟੀਜ਼ ਜਿਹੜੀਆਂ ਉਹਨਾਂ ਦਾ ਨਾ ਹੋਣਾ, ਤੇ ਇਹ ਇੱਕ ਬੇਸਿਕ ਸਮਝ ਦਾ ਨਾ ਹੋਣਾ ਇਸ ਦਾ ਕਾਰਨ ਹੈ, ਨਾ ਕਿ ਕੋਈ ਹੋਰ ਕਾਰਨ। ਜੀ ਭਾਈਚਾਰੇ ਨੂੰ ਅਕਲ ਆ ਜਾਵੇਗੀ ਜੇ ਉਹਨਾਂ ਦੀ ਓਵਰਆਲ ਇੰਪਰੂਵਮੈਂਟ ਦੀ ਗੱਲ ਕੀਤੀ ਜਾਵੇਗੀ। ਜੀ ਵਿਰੋਧੀ ਧਿਰ ਨੇ ਕੁਝ ਹੋਰ ਤਰੀਕੇ ਨਾਲ ਯੂਪੀ ਵਾਲੇ ਤੇ ਇਲਜ਼ਾਮ ਲਾਏ ਨੇ। ਬੇਸਿਕਲੀ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਸਟੇਟ ਲਾ ਕਮਿਸ਼ਨ ਨੇ ਇੱਕ ਡਰਾਫਟ ਤਿਆਰ ਕੀਤਾ 40 ਸਫ਼ਿਆਂ ਦਾ। ਅੱਛਾ ਜੀ। ਯੋਗੀ ਆਦਿੱਤਿਆਨਾਥ ਨੇ ਉਹ ਲੋਕਾਂ ਸਾਹਮਣੇ ਪੇਸ਼ ਕੀਤਾ ਖਰੜਾ ਜਿਹਾ ਜੀ ਕਿ ਦੇਖੋ ਅਸੀਂ ਆਹ ਕੁਝ ਸ਼ਰਤਾਂ ਰੱਖੀਆਂ ਨੇ ਕਿ ਜਿਸ ਦੇ 2 ਤੋਂ ਜ਼ਿਆਦਾ ਬੱਚੇ ਹੋਣਗੇ ਉਸ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ, ਜੀ ਉਹ ਇਲੈਕਸ਼ਨਾਂ 'ਚ ਨਹੀਂ ਖੜਾ ਹੋ ਸਕੇਗਾ। ਜੀ ਜੇ ਨੌਕਰੀ ਮਿਲੀ ਵੀ ਹੋਈ ਹੈ ਤਰੱਕੀ ਨਹੀਂ ਮਿਲੇਗੀ। ਜੀ ਤੇ ਜਿਹਦੇ 2 ਨੇ ਜਾਂ 2 ਤੋਂ ਘੱਟ ਨੇ ਉਹਨਾਂ ਨੂੰ ਸਪੈਸ਼ਲ ਜਿਹੜੇ ਇਨਸੈਂਟਿਵ ਨੇ ਉਹ ਦਿੱਤੇ ਜਾਣਗੇ। ਜੀ ਇਸ ਤਰ੍ਹਾਂ ਦੀਆਂ ਕੁਝ ਸ਼ਰਤਾਂ ਜਿਹੜੀਆਂ ਨੇ ਰੱਖੀਆਂ ਗਈਆਂ ਨੇ। ਜੀ ਹੁਣ ਇਲੈਕਸ਼ਨ 'ਚ ਖੜੇ ਹੋਣ ਵਾਲੀ ਜਿਹੜੀ ਗੱਲ ਹੈ, ਜੀ ਕਿੰਨੇ ਐਮਐਲਏ ਨੇ ਪੂਰੇ ਭਾਰਤ ਵਿੱਚ ਤੇ ਕਿੰਨੇ ਐਮਪੀ ਨੇ ਜੀ ਤੇ ਕਿੰਨੇ ਖੜੇ ਹੁੰਦੇ ਨੇ, ਜੀ ਕੁੱਲ ਮਿਲਾ ਕੇ 1 ਕਰੋੜ ਤੋਂ ਵੱਧ ਤਾਂ ਨਹੀਂ ਨਾ, ਜੀ ਉਹ ਤੋਂ ਘੱਟ ਨੇ। ਹੂੰ ਅਸੀਂ ਉਹਨਾਂ ਨੂੰ ਇਲੈਕਸ਼ਨ ਤੇ ਖੜੇ ਹੋਣ ਤੋਂ ਰੋਕ ਦੇਵਾਂਗੇ, ਇਸ ਨਾਲ ਕਿੰਨਾ ਕੁ ਫਰਕ ਪਏਗਾ? ਹੋਰ ਖੜੇ ਹੋ ਜਾਣਗੇ। ਹੋਰ ਖੜੇ ਹੋ ਜਾਣਗੇ, ਜੀ ਕਿਸੇ ਨੂੰ ਕਰ ਦੇਣਗੇ। ਜੀ ਇਹ ਵੀ ਤਾਂ ਪ੍ਰੋਕਸੀ ਵੀ ਤਾਂ ਹੁੰਦਾ ਰਾਜ ਇੱਥੇ। ਬਿਲਕੁਲ। ਹੁਣ ਇੱਕ ਹੋਰ ਚੀਜ਼, ਜੇ ਅਸੀਂ ਕਹਿੰਦੇ ਕਿ ਨੌਕਰੀ ਨਹੀਂ ਮਿਲੇਗੀ, ਨੌਕਰੀਆਂ ਵਾਲੀ ਗੱਲ ਕਿਸੇ ਹੱਦ ਤੱਕ ਲੱਗਦੀ ਹੈ, ਪਰ ਹੁਣ ਫਿਰ ਦੇਵੋਗੇ ਕਿਹਨੂੰ ਨੌਕਰੀ? ਜੀ ਜੋ ਯੋਗ ਵਿਅਕਤੀ ਉਸੇ ਨੂੰ ਦੇਵੋਗੇ ਨਾ। ਬਿਲਕੁਲ। ਅਯੋਗ ਵਿਅਕਤੀਆਂ ਨੂੰ ਬਿਠਾ ਕੇ ਤੇ ਬਣੇਗਾ ਕੀ ਸਾਡਾ? ਜੀ ਇੱਕ ਯੋਗ ਵਿਅਕਤੀ ਹੈ, ਉਸਦੇ ਬੱਚੇ 2 ਨੇ ਜਾਂ 3 ਨੇ ਜਾਂ 4 ਨੇ, ਦੂਸਰੇ ਪਾਸੇ ਇੱਕ ਅਯੋਗ ਹੈ, ਹੂੰ ਉਹਨੂੰ ਦਿਓਗੇ ਨੌਕਰੀ ਤੁਸੀਂ? ਜੀ ਨੌਕਰੀਆਂ ਕਿੱਥੇ ਨੇ? ਸਰਕਾਰਾਂ ਤੇ ਪਿੱਟ ਰਹੀਆਂ ਨੇ, ਪਬਲਿਕ ਸੈਕਟਰ ਖਤਮ ਕਰਕੇ ਸਾਰਾ ਪ੍ਰਾਈਵੇਟ ਦੇ ਹੱਥਾਂ 'ਚ ਸੌਂਪਿਆ ਜਾ ਰਿਹਾ। ਨੌਕਰੀਆਂ ਤਾਂ ਪਹਿਲੇ ਨਹੀਂ, ਜੀ ਤੇ ਜੇ ਪ੍ਰਾਈਵੇਟ 'ਚ ਜਾਣਾ ਉਹ ਵੀ ਸੋਚ ਲੈਣਗੇ ਫਿਰ ਅਸੀਂ ਪ੍ਰਾਈਵੇਟ ਕਰ ਲਵਾਂਗੇ ਭਾਈ। ਜੀ ਜਿਹੜਾ ਗਰੀਬ ਤਬਕਾ ਅੰਡਰ ਪ੍ਰਿਵਿਲੇਜਡ ਜਿਹੜਾ ਹੈ, ਜਿਨ੍ਹਾਂ ਕੋਲ ਪਹਿਲਾਂ ਤੋਂ ਸਹੂਲਤਾਂ ਨਹੀਂ, ਸਿਹਤ ਨਹੀਂ ਹੈ, ਐਜੂਕੇਸ਼ਨ ਨਹੀਂ ਹੈ, ਸਿਰ ਢੱਕਣ ਲਈ ਛੱਤ ਨਹੀਂ ਹੈ, ਜੀ ਰੋਟੀ ਨਹੀਂ ਹੈ,
ਉਹਨਾਂ ਨੂੰ ਅਸੀਂ ਇਹ ਨੌਕਰੀਆਂ ਦਾ ਡਰਾਵਾ ਦੇ ਕੇ ਕੀ ਕਰਾਂਗੇ ਜੀ। ਪਹਿਲਾਂ ਉਹਨਾਂ ਨੂੰ ਇਸ ਪਾਸੇ ਲਾਉਣ ਦੀ ਲੋੜ ਹੈ ਜੀ। ਹੁਣ ਇਹ ਆਵਾਜ਼ ਜਿਹੜੀ ਆ ਅਸਾਮ ਵਿੱਚੋਂ ਵੀ ਤੁਰੀ ਹੈ, ਯੂਪੀ ਤੇ ਹੁਣ ਦਿੱਲੀ ਤੱਕ ਵੀ ਪਹੁੰਚਣ ਦੀ ਗੱਲ ਹੈ ਜੀ। ਰਾਜ ਸਭਾ ਦੇ ਵਿੱਚ ਇੱਕ ਪ੍ਰਾਈਵੇਟ ਮੈਂਬਰ ਜਿਹੜਾ ਹੈ, ਉਹ 2 ਪ੍ਰਾਈਵੇਟ ਮੈਂਬਰ ਜਿਹੜੇ ਨੇ ਬੀਜੇਪੀ ਦੇ, ਜੀ। ਉਹ ਬਿੱਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਸੇ ਤਰ੍ਹਾਂ ਦਾ ਕਾਨੂੰਨ ਜਿਹੜਾ ਹੈ ਕੇਂਦਰ ਵਿੱਚ ਵੀ ਲਿਆਂਦਾ ਜਾਵੇ। ਜੀ। ਪ੍ਰਾਈਵੇਟ ਮੈਂਬਰ ਬਿੱਲ ਭਾਰਤ ਵਿੱਚ ਕੋਈ ਥੋੜੇ ਹੀ ਪਾਸ ਹੋਏ ਨੇ। ਅੱਜ ਤੱਕ ਭਾਰਤ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ 12-13 ਪ੍ਰਾਈਵੇਟ ਮੈਂਬਰ ਬਿੱਲ ਹੈ ਜਿਹੜੇ ਕਾਨੂੰਨ ਬਣ ਗਏ ਜੀ। ਤੇ ਪਰ ਹੁਣ 1970 ਤੋਂ ਬਾਅਦ ਕੋਈ ਬਣਿਆ ਨਹੀਂ ਪ੍ਰਾਈਵੇਟ ਮੈਂਬਰ ਬਿੱਲ ਜੀ। ਰਾਜ ਸਭਾ ਦੇ ਵਿੱਚ ਮੈਜੋਰਟੀ ਵੀ ਨਹੀਂ ਹੈ ਭਾਜਪਾ ਕੋਲ ਜੀ। ਤੇ ਉੱਥੇ ਪਾਸ ਕਰਾਉਣਾ ਮੁਸ਼ਕਲ ਹੋਵੇਗਾ ਤੇ ਸਾਰਿਆਂ ਨੂੰ ਇਸ ਗੱਲ ਤੇ ਸਹਿਮਤ ਕਰਨਾ ਵੀ ਮੁਸ਼ਕਲ ਹੋਵੇਗਾ ਜੀ। ਉਸ ਦੇ ਕਾਨੂੰਨ ਬਣਨ ਦੇ ਚਾਂਸਸ ਲੱਗਦੇ ਨਹੀਂ। ਪਰ ਸਰਕਾਰ ਇੱਕ ਐਕਸਪੈਰੀਮੈਂਟ ਜਿਹਾ ਕਰਕੇ ਵੇਖਣਾ ਚਾਹੁੰਦੀ ਹੈ ਜੀ ਕਿ ਆਹ ਗੱਲ ਜੀ ਸ਼ੋਸ਼ਾ ਜਿਹਾ ਛੱਡ ਕੇ ਵੇਖਿਆ ਜਾਵੇ ਕਿ ਇਸ ਨਾਲ ਬਣਦਾ ਕੀ ਹੈ। ਇਹ ਤੇ ਮਜਾਲ ਕੀ ਹੈ ਕਿਸੇ ਭਾਜਪਾ ਦੇ ਆਗੂ ਦੀ ਕਿ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਆਪਣਾ ਬਿੱਲ ਲੈ ਕੇ ਆ ਜਾਵੇ। ਜੀ। ਪਰ ਯੋਗੀ ਆਦਿੱਤਿਆਨਾਥ ਨੇ ਵੀ ਕੈਲਕੂਲੇਟਡ ਰਿਸਕ ਲਿਆ। ਜੀ। ਯੋਗੀ ਆਦਿੱਤਿਆਨਾਥ ਦੀ ਬਹੁਤ ਜ਼ਿਆਦਾ ਖਿਚਾਈ ਹੋਈ ਹੈ ਜੀ। ਕਰੋਨਾ ਦੇ ਮਾਮਲੇ ਦੇ ਵਿੱਚ ਵੀ, ਲਾਅ ਐਂਡ ਆਰਡਰ ਨੂੰ ਲੈ ਕੇ ਵੀ, ਹੋਰ ਕਈ ਗੱਲਾਂ ਤੇ ਯੂਪੀ ਦੇ ਵਿੱਚ ਸਥਿਤੀ ਬਹੁਤੀ ਵਧੀਆ ਨਹੀਂ। ਜੀ। ਹੁਣ ਉਹਨਾਂ ਨੇ ਆਪਣੀ ਸਾਖ ਸੁਧਾਰਨ ਲਈ ਪਹਿਲਾਂ ਤੇ ਦਿੱਲੀ ਹਾਜ਼ਰੀ ਲਵਾਈ ਸਾਰਿਆਂ ਦੇ ਕੋਲ। ਜੀ। ਹਾਜ਼ਰੀ ਲਵਾ ਕੇ ਜਦੋਂ ਗਏ ਨੇ ਤੇ ਫਿਰ ਉਹਨਾਂ ਨੇ ਕੰਮ ਦੇ ਵਿੱਚ ਥੋੜਾ ਬਦਲਾਅ ਵੀ ਕੀਤਾ, ਪਰ ਨਾਲ ਟਕਰਾਅ ਵਾਲੀ ਸਥਿਤੀ 'ਚੋਂ ਬਣੇ ਰਹੇ ਨੇ। ਜੀ। ਕੁਝ ਖਾਸ ਨਰਿੰਦਰ ਮੋਦੀ ਦੇ ਸਹਿਯੋਗੀ ਇੱਕ ਅਧਿਕਾਰੀ, ਖਾਸ ਉਹਨਾਂ ਦੇ ਖਸਮ ਖਾਸ ਅਧਿਕਾਰੀ ਨੂੰ ਲਾਗੇ ਨਹੀਂ ਆਉਣ ਦਿੱਤਾ ਉਹਨਾਂ ਨੇ। ਜੀ। ਬਾਰ-ਬਾਰ ਕਹਿਣ ਦੇ ਬਾਵਜੂਦ ਕਿ ਇਹਨਾਂ ਨੂੰ ਕੋਈ ਚੰਗਾ ਅਹੁਦਾ ਦਿੱਤਾ ਜਾਵੇ। ਜੀ। ਯੋਗੀ ਆਦਿੱਤਿਆਨਾਥ ਸਟਰੋਂਗ ਨੇ ਆਪਣੀ ਜਗ੍ਹਾ ਦੇ ਵਿੱਚ ਤੇ ਉਹਨਾਂ ਨੇ ਜਿਹੜੀਆਂ ਪੰਚਾਇਤ ਚੋਣਾਂ ਹੋਈਆਂ ਸੀ ਉਸ ਦੇ ਵਿੱਚੋਂ ਉਹਨੀ ਫਿਰ ਗਾਂ ਆਗੂ ਚੁਣਨੇ ਹੁੰਦੇ ਨੇ। ਜੀ। ਉਸ ਦੇ ਵਿੱਚ ਵਿਰੋਧੀ ਧਿਰ ਤਾਂ ਇਹ ਕਹਿੰਦੀ ਕਿ ਸਾਡੇ ਨਾਲ ਧੱਕੇਸ਼ਾਹੀ ਬਹੁਤ ਹੋਈ ਹੈ ਤੇ 300 ਤੋਂ ਵੱਧ ਬਿਨਾਂ ਮੁਕਾਬਲਾ ਚੁਣੇ ਗਏ ਤੇ ਬਾਕੀਆਂ ਦੇ ਨਾਮਜ਼ਦਗੀ ਪੇਪਰ ਹੀ ਰੱਦ ਕਰ ਦਿੱਤੇ ਗਏ। ਸਰਕਾਰ ਉਸ ਨੂੰ ਜਿੱਤ ਵਜੋਂ ਦੱਸ ਰਹੀ ਤੇ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਉਹਨਾਂ ਨੂੰ ਵਧਾਈ ਦਿੱਤੀ, ਬੜੇ ਲੋਕਾਂ ਨੇ ਵਧਾਈ ਦਿੱਤੀ ਹੈ। ਹਾਲਾਂਕਿ ਉਹਨਾਂ ਚੋਣਾਂ ਦੇ ਵਿੱਚ ਸਰਕਾਰ ਦਾ ਜਿੱਤਣਾ ਕੋਈ ਮੌਜੂਦਾ ਸਰਕਾਰ ਦਾ ਵੱਡੀ ਗੱਲ ਨਹੀਂ ਮੰਨਿਆ ਜਾਂਦਾ। ਇਹ ਆਮ ਤੌਰ ਤੇ ਮੌਜੂਦਾ ਸਰਕਾਰ ਦਾ ਹੀ ਹੱਥ ਹੁੰਦਾ ਹੈ। ਪਰ ਹੁਣ ਉੱਥੇ ਵੋਟਾਂ ਹੋ ਰਹੀਆਂ ਨੇ ਤੇ ਵੋਟਾਂ ਤੋਂ ਪਹਿਲਾਂ ਕੋਈ ਹਲਚਲ ਹੋਣੀ ਜ਼ਰੂਰੀ ਹੈ। ਜਦੋਂ ਪੰਜਾਬ 'ਚ ਨਹੀਂ ਉਦੋਂ ਯੂਪੀ 'ਚ ਨੇ। ਸੋ ਹੋਵੇਗਾ ਕੁਛ ਨਾ ਕੁਛ। ਪਰ ਅਜੇ ਇਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਬੋਲ ਪਈਆਂ ਨੇ। ਸਲਮਾਨ ਖੁਰਸ਼ੀਦ ਇੱਕ ਸਾਬਕਾ ਕਾਂਗਰਸ ਦੇ ਮੰਤਰੀ ਨੇ, ਆਗੂ ਨੇ, ਯੂਪੀ ਦੇ ਵਿੱਚ ਉਹਨਾਂ ਨੇ ਇੱਕ ਵਿਵਾਦਗ੍ਰਸਤ ਜਿਹਾ ਬਿਆਨ ਦੇ ਦਿੱਤਾ। ਉਹ ਕਹਿੰਦੇ ਨੇ ਕਿ ਇਹਨਾਂ ਦੇ ਮੰਤਰੀ ਜਿਹੜੇ ਨੇ ਉਹ ਦੱਸਣ ਇਹਨਾਂ ਦੀ, ਇਹ ਬਾਕੀਆਂ ਦੇ ਤੇ ਬੱਚਿਆਂ ਦੀ ਗੱਲ ਕਰਦੇ ਨੇ, ਇਹ ਆਪਣੇ ਮੰਤਰੀ ਦੱਸਣ ਕਿ ਇਹਨਾਂ ਦੀ ਜਾਇਜ਼ ਤੇ ਨਾਜਾਇਜ਼ ਔਲਾਦ ਕਿੱਥੇ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਜਿਹੜਾ ਤੁਸੀਂ ਵਿਵਾਦਗ੍ਰਸਤ ਲਫ਼ਜ਼ ਵਰਤਿਆ ਹੈ ਇਹਦਾ ਕੀ ਮਤਲਬ ਹੈ, ਉਹ ਕਹਿੰਦੇ ਨੇ ਕਿ ਜੇ ਇਹਨੂੰ ਮੈਂ ਗੱਲ ਕੀਤੀ ਹੈ, ਉਹਨੂੰ ਪਤਾ ਹੈ ਤੇ ਉਹ ਮੈਨੂੰ ਪੁੱਛ ਲਵੇ ਤੇ ਮੈਂ ਉਹਨੂੰ ਜਵਾਬ ਦਿਆਂਗਾ। ਹੁਣ ਇਸ ਗੱਲ ਦਾ ਅਰਥ ਹੈ, ਹੋ ਸਕਦਾ ਉਹਨਾਂ ਨੂੰ ਕੋਈ ਪੁੱਛੇ ਕੋਈ ਨਾ ਪੁੱਛੇ। ਸਮਾਜਵਾਦੀ ਪਾਰਟੀ ਦੇ ਕੁਝ ਆਗੂ ਕਹਿੰਦੇ ਨੇ, ਵਿਰੋਧੀ ਧਿਰ ਦੇ ਜਿਹੜੇ ਨੇ ਉਹ ਕਹਿੰਦੇ ਨੇ ਕਿ ਸਿਆਸੀ ਸਟੰਟ ਹੈ, ਮੁੱਦਾ ਇਹਨਾਂ ਕੋਲ ਕੋਈ ਨਹੀਂ ਤੇ ਇਹਨਾਂ ਨੇ ਹੁਣ ਰੌਲਾ ਆਬਾਦੀ ਦਾ ਪਾ ਦਿੱਤਾ ਹੈ ਤੇ ਜਿਹੜਾ ਇੱਕ ਗਰੁੱਪ ਜਿਹੜਾ ਹੈ ਲੋਕਾਂ ਦਾ, ਖਾਸ ਤੌਰ ਤੇ ਤਬਕਾ, ਉਹ ਇਹਨਾਂ ਦੇ ਨਾਲ ਤੁਰ ਸਕਦਾ ਹੈ। ਪਰ ਅਜੇ ਇਹ ਕਾਨੂੰਨ ਬਣਨੇ ਨੂੰ ਟਾਈਮ ਲੱਗੇਗਾ। 40 ਸਫ਼ਿਆਂ ਦਾ ਜਿਹੜਾ ਖਰੜਾ ਜਿਹਾ ਪੇਸ਼ ਕੀਤਾ ਉਸ ਤੇ ਲੋਕਾਂ ਦੇ ਸੁਝਾਅ ਮੰਗੇ ਨੇ। ਫਿਰ ਇਸ ਨੂੰ ਪੇਸ਼ ਕੀਤਾ ਜਾਵੇਗਾ ਤੇ ਫਿਰ ਇਹ ਵੀ ਪਾਸ ਵੀ ਹੁੰਦਾ ਤੇ 1 ਸਾਲ ਲੱਗੇਗਾ ਇਸ ਨੂੰ ਇੰਪਲੀਮੈਂਟ ਹੁੰਦਿਆਂ। ਇਸ ਵਿੱਚ ਖਾਮੀਆਂ ਰਹਿਣਗੀਆਂ ਬਹੁਤ, ਕਿਉਂਕਿ ਸਰਕਾਰ ਨੇ ਅਜੇ ਤੱਕ ਵੀ ਜਿਹੜੇ ਡਰਾਸਟਿਕ ਡਿਸੀਜਨ ਲਏ ਨੇ ਕੇਂਦਰ ਸਰਕਾਰ ਨੇ, ਉਹਨਾਂ ਵਿੱਚ ਵੀ ਬਹੁਤ ਖਾਮੀਆਂ ਵੇਖੀਆਂ ਗਈਆਂ, ਚਾਹੇ ਨੋਟਬੰਦੀ ਦਾ ਹੋਵੇ, ਚਾਹੇ 370 ਵਾਲਾ ਹੋਵੇ, ਚਾਹੇ GST ਦਾ ਹੋਵੇ, ਬਹੁਤ ਸਾਰੇ ਇਸ ਤਰ੍ਹਾਂ ਦੇ, CAA ਵੀ, NRC ਵੀ, ਸਾਰਿਆਂ ਦੇ ਵਿੱਚ ਖਾਮੀਆਂ ਰਹੀਆਂ ਨੇ। ਸੋ ਓਵਰਆਲ ਇੱਕ ਰੌਲਾ ਜਿਹਾ ਪਾ ਲਿਆ ਭਾਜਪਾ ਨੇ ਕਿ ਇਹ ਆਬਾਦੀ ਨੂੰ ਕੰਟਰੋਲ ਕੀਤਾ ਜਾਵੇ ਕਿਸੇ ਤਰੀਕੇ। ਪਰ ਕੁਝ ਮਾਹਿਰਾਂ ਨੇ ਗੱਲ ਜਿਹੜੀ ਕੀਤੀ ਆ, ਉਹ ਕਹਿੰਦੇ ਨੇ ਕਿ ਅਸਲ ਗੱਲ ਜਿਹੜੀ ਲੋਕਾਂ ਨੂੰ ਐਜੂਕੇਟ ਕਰਨ ਨਾਲ ਹੈ, ਉਹ ਕਰੋ, ਆਬਾਦੀ ਆਪਣੇ ਆਪ ਕੰਟਰੋਲ ਹੋਣੀ ਸ਼ੁਰੂ ਹੋ ਜਾਵੇਗੀ। ਪਰ ਮਾਹਿਰਾਂ ਨੇ ਇਹ ਵੀ ਆਖ ਦਿੱਤਾ ਹੈ ਕਿ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ। ਹੋ ਸਕਦਾ ਹੈ ਕਿ 2035 ਤੱਕ ਭਾਰਤ 'ਚ ਵੈਸੇ ਹੀ ਲੋਕ ਥੋੜ੍ਹਾ ਜਿਹਾ ਸਮਝ ਦਾ ਲੈਵਲ ਜਿਹੜਾ ਹੈ ਉਹ ਉਹਨਾਂ ਦਾ ਅਪ ਹੋ ਜਾਵੇ ਤੇ ਆਬਾਦੀ ਤੇ ਸਾਡਾ ਕੰਟਰੋਲ ਹੋ ਸਕਦਾ ਹੈ। ਮਤਲਬ ਕਹਿਣ ਤੋਂ ਭਾਵ ਕਿ ਸਿਆਸਤ ਵਿੱਚ ਚੋਣਾਂ ਜਿੱਤਣੀਆਂ, ਕੁਰਸੀ ਹਾਸਲ ਕਰਨੀ, ਉਹਦੇ ਲਈ ਕੋਈ ਵੀ ਪੈਂਤੜਾ ਹੋ ਸਕਦਾ। ਬਿਲਕੁਲ ਹੋ ਸਕਦਾ। ਤੇ ਇੱਧਰ ਚੋਣਾਂ ਨੂੰ ਲੈ ਕੇ ਕਿਸਾਨ ਆਗੂਆਂ ਦੇ ਵੱਖੋ ਵੱਖਰੇ ਬਿਆਨ ਨੇ, ਉਹਨਾਂ ਨੇ ਭਲਾ ਕੀ ਆਖਿਆ? ਕਿਸਾਨ ਆਗੂ ਰਕੇਸ਼ ਟਕੈਤ ਜੀ, ਉਹ ਕਾਫੀ ਉਹਨਾਂ ਦਾ ਪਿਛਲੇ 26 ਜਨਵਰੀ ਤੋਂ ਬਾਅਦ ਖਾਸ ਤੌਰ ਤੇ ਉਹਨਾਂ ਨੇ ਕਾਫੀ ਨਾਮ ਕਮਾਇਆ ਜੀ ਬਹੁਤ ਸਾਰੀਆਂ ਗੱਲਾਂ ਦੇ ਵਿੱਚ। ਰਾਜਨੀਤੀਵਾਨ ਨੇ, ਇੱਕ ਰਾਜਨੀਤਿਕਾਂ ਦੀ ਜਿਹੜੀ ਸਟੇਟ ਆ ਉੱਥੋਂ ਆਉਂਦੇ ਨੇ ਜੀ ਤੇ ਖਾਸ ਬਰਾਦਰੀ ਨਾਲ ਉਹਨਾਂ ਦਾ ਸੰਬੰਧ ਹੈ ਜੀ। ਚੋਣਾਂ ਵਿੱਚ ਹੱਥ ਅਜ਼ਮਾਈ ਵੀ ਕਰ ਚੁੱਕੇ ਨੇ ਤੇ ਸਾਬਕਾ ਪੁਲਿਸ ਦੇ ਮੁਲਾਜ਼ਮ ਵੀ ਨੇ ਜੀ, ਨੌਕਰੀ ਵੀ ਕਰ ਚੁੱਕੇ ਨੇ ਜੀ। ਉਹਨਾਂ ਦੇ ਪਿਤਾ ਜੀ ਬੜੇ ਵੱਡੇ ਕਿਸਾਨ ਆਗੂ ਸਨ, ਮਹਿੰਦਰ ਸਿੰਘ ਟਕੈਤ ਜੀ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਨ ਜੀ। ਹੁਣ ਇਹ ਵੀ ਉਹਨਾਂ ਦੇ ਬੁਲਾਰੇ ਨੇ ਜੀ ਤੇ ਇਹ ਕਹਿੰਦੇ ਨੇ ਕਿ ਚੋਣਾਂ ਲੜਨ ਲਈ ਸਾਨੂੰ ਕੋਈ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਜੀ। ਤੇ ਪੰਜਾਬ ਤੇ ਯੂਪੀ ਦੇ ਵਿੱਚ ਉਹ ਕਹਿੰਦੇ ਮੈਂ ਨਹੀਂ ਲੜਨੀਆਂ, ਪਰ ਜੇ ਕਿਸੇ ਨੇ ਲੜਨੀ ਹੈ ਤਾਂ ਲੜ ਸਕਦਾ ਹੈ।
ਗੁਰਨਾਮ ਸਿੰਘ ਛਡੂਨੀ ਨੇ ਕਹਿ ਦਿੱਤਾ ਸੀ, ਹਾਲਾਂਕਿ ਹਰਿਆਣੇ ਦੇ ਵਿੱਚ ਉਹ ਕਿਸਾਨਾਂ ਦੇ ਆਗੂ ਨੇ ਜੀ, ਉਹਨਾਂ ਨੇ ਕਹਿ ਦਿੱਤਾ ਸੀ ਕਿ ਤੁਸੀਂ ਪੰਜਾਬ ਦੇ ਆਗੂਆਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ। ਜੀ, ਹੁਣ ਪੰਜਾਬ ਦੇ ਆਗੂਆਂ ਨੇ ਇਸ ਨੂੰ ਆਪਣੇ ਤੌਰ ਤੇ ਇੰਡੀਵਿਜੂਅਲ ਤੌਰ ਤੇ ਸਿਰੇ ਤੋਂ ਨਹੀਂ ਨਕਾਰਿਆ। ਜੀ, ਮੈਂ ਵਿਅਕਤੀਗਤ ਤੌਰ ਤੇ ਗੱਲ ਕਰ ਰਿਹਾ। ਜੀ, ਜੇ ਐਸਕੇਐਮ ਭਾਵ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰੀਏ ਜੀ, ਤੇ ਉਹਨਾਂ ਨੇ ਨਹੀਂ ਪੈਰ ਲਾਇਆ। ਜੀ, ਉਹ ਕਹਿੰਦੇ ਨਹੀਂ, ਚੋਣਾਂ ਲੜਨੀਆਂ ਸਾਡੇ ਏਜੰਡੇ ਤੇ ਨਹੀਂ, ਜੀ, ਸਾਡੇ ਤੇ ਆ ਮੁੱਦੇ ਨੇ, ਕਾਲੇ ਕਾਨੂੰਨ ਰੱਦ ਕਰ ਦਿਓ ਜੀ, ਤੇ ਅਸੀਂ ਵਾਪਸ ਜਾਂਦੇ ਹਾਂ। ਚੋਣਾਂ ਲੜਨ ਦਾ ਮੁੱਦਾ ਦੇਖੀ ਜਾਏਗਾ, ਜੋ ਕਿਸੇ ਨੇ ਲੜਨੀਆਂ ਹੋਣਗੀਆਂ ਸਾਡਾ ਅਧਿਕਾਰ ਹੈ, ਨਹੀਂ ਅਧਿਕਾਰ ਹੈ, ਵੱਖਰੀ ਗੱਲ ਹੈ। ਜੀ, ਹੁਣ ਕਿਸਾਨ ਜਿਹੜੇ ਨੇ ਇਸ ਮੁੱਦੇ ਤੇ ਵੰਡੇ ਹੋਏ ਤਾਂ ਮੈਂ ਨਹੀਂ ਕਹਿ ਸਕਦਾ, ਹੱਕ ਹੈ, ਜਿਵੇਂ ਗੱਲ ਕਿਸੇ ਨੇ ਕੀਤੀ ਹੈ ਕਿ ਲੜਨੀਆਂ ਚਾਹੀਦੀਆਂ ਨੇ ਚੋਣਾਂ, ਪਰ ਚੋਣਾਂ ਦੇ ਵਿੱਚ ਕਿਸਾਨਾਂ ਦਾ ਪ੍ਰਭਾਵ ਹੋਣਾ ਜਿਹੜਾ ਆ ਜੀ, ਉਹ ਆਪਣੇ ਆਪ ਦੇ ਵਿੱਚ ਇੱਕ ਮੁੱਦਾ ਰਹੇਗਾ। ਜੀ, ਬੰਗਾਲ ਦੇ ਵਿੱਚ ਕਿਸਾਨਾਂ ਨੇ ਕਹਿ ਦਿੱਤਾ ਕਿ ਪਾਉਣੀ ਜਿਹਨੂੰ ਮਰਜ਼ੀ ਪਾ ਦਿਓ ਤੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਾਉਣੀ। ਜੀ, ਉੱਥੇ ਤੇ ਸਪਸ਼ਟ ਗੱਲ ਸੀ। ਜੀ, ਤੇ ਪੰਜਾਬ ਵਿੱਚ ਕੀ ਕਹਿਣਗੇ? ਸਟੈਂਡ ਤਾਂ ਕੋਈ ਲੈਣਾ ਪਏਗਾ। ਜੀ, ਕੀ ਕਹਿਣਗੇ ਕਿ ਭਾਜਪਾ ਨੂੰ ਨਾ ਪਾਓ, ਤੇ ਭਾਜਪਾ ਨੂੰ ਤਾਂ ਵੋਟ ਵੈਸੇ ਨਹੀਂ ਪੈਂਦੀ ਦਿਸ ਰਹੀ, ਕਾਂਗਰਸ ਨੂੰ ਨਾ ਪਾਓ, ਅਕਾਲੀ ਦਲ ਨੂੰ ਨਾ ਪਾਓ, ਆਮ ਆਦਮੀ ਪਾਰਟੀ ਨੂੰ ਨਾ ਪਾਓ, ਤੇ ਫਿਰ ਪਾਓ ਕਿਸ ਨੂੰ? ਸੋ ਇਹ ਮੁੱਦਾ ਰਹੇਗਾ। ਸੰਯੁਕਤ ਕਿਸਾਨ ਮੋਰਚੇ ਨੇ ਅਜੇ ਆਪਣਾ ਪੈਂਤੜਾ ਉੱਥੇ ਰੱਖਿਆ ਹੋਇਆ। ਜੀ, ਸਲੂਟ ਹੈ ਇੱਕ ਵਾਰੀ ਫੇਰ ਸਾਡੇ ਪ੍ਰੋਗਰਾਮ ਦੇ ਥਰੂ ਉਹਨਾਂ ਨੂੰ ਜਿਹੜੇ ਉੱਥੇ ਬੈਠੇ ਹੋਏ ਨੇ ਜਾਂਬਾਜ਼, ਔਰ ਪੰਜਾਬ ਵਿੱਚ ਥਾਂ ਥਾਂ ਤੇ ਧਰਨੇ ਲੱਗੇ ਹੋਏ ਨੇ ਔਰ ਆਪਣੇ ਤਰੀਕਿਆਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਨੇ। ਸਰਕਾਰੀ ਪੈਂਤੜੇ ਨੂੰ 26 ਜਨਵਰੀ ਤੋਂ ਪਹਿਲਾਂ ਜਿਹੜੀ ਗੱਲਬਾਤ ਹੋਈ ਸੀ, ਉਸ ਤੋਂ ਬਾਅਦ ਪੇਸ਼ਕਸ਼ਾਂ ਹੀ ਆਈਆਂ ਨੇ ਤੇ ਇੱਕ ਪੰਜਾਬ ਦੇ ਭਾਜਪਾ ਆਗੂਆਂ ਵੱਲੋਂ ਇਹਨਾਂ ਨੂੰ ਵਾਰ-ਵਾਰ ਤਰੋੜਨਾ ਮਰੋੜਨਾ, ਪੁੱਠੇ ਸਿੱਧੇ ਬਿਆਨ ਦੇਣੇ, ਦਿਲ ਦਿਖਾਉਣ ਵਾਲੇ ਭਾਜਪਾ ਆਗੂਆਂ ਤੇ ਵੀ ਕਿਸਾਨਾਂ ਨੇ ਰੋਹ ਦਾ ਪ੍ਰਗਟਾਵਾ ਕੀਤਾ ਹੈ। ਉਹ ਕਿਸਾਨਾਂ ਨੂੰ ਰੋਹ ਦਾ ਪ੍ਰਗਟਾਵਾ ਕਰਨ ਲਈ ਜਿਵੇਂ ਮਜਬੂਰ ਕੀਤਾ ਜਾਂਦਾ, ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਇਹ ਨਾ ਹੋਣ ਤਾਂ ਚੰਗਾ, ਇਸ ਦਾ ਕੁਝ ਛੇਤੀ ਰਿਜ਼ਲਟ ਨਿਕਲ ਆਵੇ। ਜਿਹੜੀ ਬਾਰ-ਬਾਰ ਇਹ ਗੱਲ ਕਰਨੀ ਕਿ ਸਿਰਫ ਨਰਿੰਦਰ ਮੋਦੀ ਦਾ ਤੇ ਭਾਜਪਾ ਦਾ ਅਕਸ ਖਰਾਬ, ਉਹ ਭਾਈ ਕੋਈ ਇੰਨਾ ਵਿਹਲਾ ਹੈ ਕਿ ਸਾਲ ਤੋਂ ਸੜਕਾਂ ਤੇ ਬੈਠਾ ਹੈ। ਇਹ 6 ਮਹੀਨੇ ਤਾਂ ਉੱਥੇ ਹੋ ਗਏ ਨੇ, 6 ਤੋਂ ਵੱਧ, ਤੇ ਪੰਜਾਬ ਵਿੱਚ ਤਾਂ ਸਾਲ ਤੋਂ ਉੱਪਰ ਹੋ ਗਿਆ ਬੈਠਿਆਂ ਨੂੰ। ਉਹ ਸਮਾਂ ਵੀ ਜੋੜੋ ਵਿੱਚ। ਉੱਥੇ ਤੱਕ ਨਹੀਂ ਜਾ ਸਕਦਾ ਵਿਅਕਤੀ ਜਿਹਦੇ ਕੋਲ ਟਾਈਮ ਨਹੀਂ ਹੈ ਕਿਸਾਨ ਦੇ ਨਾਲ। ਪਰ ਇਹ ਹੁਣ ਸੋਚਣਾ ਚਾਹੀਦਾ, ਉੱਥੇ ਜਿਹੜਾ ਵਿਅਕਤੀ ਕਹਿੰਦਾ ਕਿ ਉੱਥੇ ਰੌਣਕ ਘਟੀ ਹੈ ਸਿੰਘੂ ਤੇ ਜਾਂ ਟਿਕਰੀ ਤੇ ਜਾਂ ਗਾਜ਼ੀਪੁਰ ਤੇ, ਪੰਜਾਬ ਵਿੱਚ ਥਾਂ ਥਾਂ ਤੇ ਧਰਨੇ ਲੱਗੇ ਹੋਏ ਨੇ, ਬੀਬੀਆਂ ਬੈਠੀਆਂ ਹੋਈਆਂ ਨੇ, ਬਜ਼ੁਰਗ ਬੈਠੇ ਹੋਏ ਨੇ, ਰੋਜ਼ਾਨਾ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਨੇ। ਕੁਲਦੀਪ ਜੀ, ਇਸ ਤੋਂ ਇਲਾਵਾ ਕੁਝ ਹੋਰ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ, ਪਰ ਇਸ ਵੇਲੇ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਗੱਲ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ 26 ਜਨਵਰੀ ਦੀ ਕਰ ਰਹੇ ਸੀ, ਤੇ ਉਸ ਕੇਸ ਨਾਲ ਜੁੜੇ ਲੋਕਾਂ ਬਾਰੇ ਕੁਝ ਨਵੀਂ ਜਾਣਕਾਰੀ ਇਹ ਹੈ ਕਿ ਮਨਜਿੰਦਰ ਸਿੰਘ ਸਿਰਸਾ, ਜਿਨ੍ਹਾਂ ਨੇ ਜ਼ਮਾਨਤਾਂ ਕਰਵਾਉਣ ਦੇ ਵਿੱਚ ਸ਼੍ਰੋਮਣੀ ਕਮੇਟੀ, ਦਿੱਲੀ ਸ਼੍ਰੋਮਣੀ ਕਮੇਟੀ ਦਾ ਇੱਕ ਲੀਗਲ ਪੈਨਲ ਬਣਾ ਕੇ ਪੂਰੇ ਦਾ ਪੂਰਾ ਹੈਲਪ ਕੀਤੀ ਹੈ, ਕਰਵਾਈ ਹੈ ਜੀ। ਉਹਨਾਂ ਨੇ ਇਹ ਖੁਸ਼ਖਬਰੀ ਦਿੱਤੀ ਹੈ ਕਿ ਹੁਣ ਕੋਈ ਵੀ ਕਿਸਾਨ ਜਿਹੜਾ 26 ਜਨਵਰੀ ਦੇ ਕੇਸਾਂ ਨਾਲ ਸੰਬੰਧਿਤ ਉਹ ਭਾਰਤ ਦੀ ਕਿਸੇ ਵੀ ਜੇਲ੍ਹ ਵਿੱਚ ਬੰਦ ਨਹੀਂ ਹੈ, ਨਾ ਤਿਹਾੜ 'ਚ ਨਾ ਕਿਤੇ ਹੋਰ। 170 ਕਿਸਾਨ ਉਹਨਾਂ ਨੇ ਦੱਸਿਆ ਸੀ ਕਿ ਇਹਨਾਂ 'ਚੋਂ ਕਈਆਂ ਨੂੰ ਜਿਹੜੀ ਸੀ ਅਗੇਤਰੀਆਂ ਜਿਹੜੀਆਂ ਜ਼ਮਾਨਤਾਂ ਸੀ ਪਹਿਲਾਂ ਮਿਲ ਗਈਆਂ ਸੀ, ਅਗਾਊਂ ਬਿੱਲ ਮਿਲ ਗਏ ਸੀ, ਤੇ ਬਾਕੀਆਂ ਨੂੰ ਹੁਣ ਜਿਹੜੀ ਹੈ ਲਾਸਟ 2 ਵਿਅਕਤੀ ਜਿਹੜੇ ਨੇ ਉਹ ਕੱਲ੍ਹ ਰਿਹਾ ਹੋ ਗਏ ਨੇ। ਸੋ ਇਹ ਚੰਗੀ ਉਹਨਾਂ ਨੇ ਖਬਰ ਸੁਣਾਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਫਿਰ ਧਿਆਨ ਜਿਹੜਾ ਹੈ ਮੋਰਚੇ ਵੱਲ ਕੇਂਦਰਿਤ ਕਰਾਂਗੇ ਤੇ ਉੱਥੇ ਕਿਸਾਨਾਂ ਪ੍ਰਤੀ ਸੇਵਾਵਾਂ ਜਿਹੜੀਆਂ ਜਾਰੀ ਰੱਖਾਂਗੇ। ਮੈਂ ਸਮਝਦਾ ਕਿ ਮਨਜਿੰਦਰ ਸਿੰਘ ਸਿਰਸਾ ਦੀ ਪੋਲੀਟੀਕਲ ਅਲਾਈਨਮੈਂਟ ਜਿੱਥੇ ਵੀ ਹੋਵੇ, ਜਿਵੇਂ ਵੀ ਹੋਵੇ, ਪਰ ਇਸ ਮਾਮਲੇ 'ਚ ਜਿਹੜਾ ਉਹਨਾਂ ਨੇ ਕੰਮ ਕੀਤਾ ਹੈ ਤੇ ਜਿਸ ਤਰ੍ਹਾਂ ਸਰਕਾਰ ਦੀ ਪਰਵਾਹ ਕੀਤੇ ਤੋਂ ਬਿਨਾਂ ਉਹਨਾਂ ਨੇ ਲਾਲ ਕਿਲ੍ਹੇ ਦੀ ਗੱਲ ਨੂੰ ਵੀ ਕਲੀਅਰ ਕੀਤਾ ਕਿ ਲਾਲ ਕਿਲ੍ਹੇ ਨੂੰ ਪੇਸ਼ ਕਰਕੇ ਤੇ ਕਿਸਾਨਾਂ ਨੂੰ ਦੋਖੀ ਬਣਾ ਕੇ, ਦੇਸ਼ ਦੇ ਦੁਸ਼ਮਣ ਤੇ ਅੱਤਵਾਦੀ ਬਣਾ ਕੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ ਜਾਇਜ਼ ਨਹੀਂ ਹੈ। ਸੋ ਮਨਜਿੰਦਰ ਸਿੰਘ ਸਿਰਸਾ ਨੂੰ ਸ਼ਾਬਾਸ਼ ਹੈ ਜੀ। ਤੇ ਕੁਲਦੀਪ ਜੀ, ਗੱਲ ਨਵਜੋਤ ਸਿੰਘ ਸਿੱਧੂ ਦੀ ਕਰਦੇ ਆ। ਕਦੀ ਉਹ ਆਪਣੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ, ਕਦੀ ਮੋਦੀ ਸਰਕਾਰ ਨੂੰ, ਕਦੇ ਬੇਅਦਬੀ ਮਾਮਲੇ ਨੂੰ ਲੈ ਕੇ ਗੱਲ ਕਰਦੇ ਨੇ, ਤੇ ਹੁਣ ਉਹਨਾਂ ਨੇ ਕਿਸ ਨੂੰ ਆਪਣੇ ਨਿਸ਼ਾਨੇ ਤੇ ਰੱਖਿਆ? ਜੇ ਤਾਂ ਪਿੱਛੇ ਚਲੇ ਜਾਈਏ 3 ਹਫ਼ਤੇ ਪਹਿਲਾਂ, ਤੇ ਡਾਇਰੈਕਟ ਇਨਡਾਇਰੈਕਟ ਉਹ ਜਿਹੜਾ ਸੀ ਉਹ ਪੰਜਾਬ ਸਰਕਾਰ ਦੀ ਖਿਚਾਈ ਕਰ ਰਿਹਾ ਸੀ। ਖੈਰ, ਮੈਨੂੰ ਲੱਗਦਾ ਨਹੀਂ ਕਿ ਪੰਜਾਬ ਸਰਕਾਰ ਨੇ ਇਸ ਸਮੇਂ ਦੇ ਦਰਮਿਆਨ ਜਾਂ ਕੇਂਦਰੀ ਹਾਈ ਕਮਾਂਡ ਨੇ, ਕਾਂਗਰਸ ਦੀ ਨੇ, ਕੋਈ ਇਹੋ ਜਿਹਾ ਕੰਮ ਕੀਤਾ ਹੋਵੇ ਜਿਸ ਕਰਕੇ ਸਿੱਧੂ ਉਹਨਾਂ ਨਾਲ ਖੁਸ਼ ਹੋ ਗਏ ਹੋਣ ਜਾਂ ਸਹਿਮਤੀ ਅੰਦਰੋਂ ਬਣ ਗਈ ਹੋਵੇ, ਸਿਵਾਏ ਇਸ ਦੇ ਕਿ ਦਿੱਲੀ ਦਰਬਾਰ ਦੇ ਵਿੱਚ ਹਾਜ਼ਰੀਆਂ ਲਾਈਆਂ, ਉਸ ਤੋਂ ਬਿਨਾਂ ਕੁਝ ਨਹੀਂ। ਨਵਜੋਤ ਸਿੰਘ ਸਿੱਧੂ ਬਾਰ-ਬਾਰ ਇਹ ਕਹਿੰਦੇ ਨੇ ਕਿ ਮੈਂ ਅਹੁਦਿਆਂ ਦੀ ਰਾਜਨੀਤੀ ਨਹੀਂ ਕਰ ਰਿਹਾ, ਮੁੱਦਿਆਂ ਦੀ ਰਾਜਨੀਤੀ ਹੈ। ਕਿਹੜੇ ਮੁੱਦੇ ਦਾ ਹੱਲ ਹੋਇਆ ਹੋਵੇਗਾ ਕਿ ਉਹ ਇਸ ਵੇਲੇ ਆਪਣੀ ਸਰਕਾਰ ਦੇ ਖਿਲਾਫ ਨਹੀਂ ਬੋਲ ਰਿਹਾ? ਉਹ ਜਾਂ ਮੋਦੀ ਸਰਕਾਰ ਦੇ ਖਿਲਾਫ, ਕੇਜਰੀਵਾਲ ਦੇ ਖਿਲਾਫ, ਤੇ ਜਾਂ ਬਾਦਲਾਂ ਦੇ ਖਿਲਾਫ। ਬੇਅਦਬੀ ਮਾਮਲਿਆਂ ਤੇ ਫਿਰ ਉਹ ਬੋਲੇ ਨੇ। ਬਹੁਤੀ ਲੰਬੀ ਚੌੜੀ ਤਾਂ ਗੱਲਬਾਤ ਉਹਨਾਂ ਨੇ ਨਹੀਂ ਕੀਤੀ। ਦੇਖੋ ਜੀ, ਇਸ ਤਰ੍ਹਾਂ ਹੋਈ ਸੀ
ਪੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਬੇਅਦਬੀ ਹੋਈ, ਜੀ ਪੱਤਰੇ ਫਾੜੇ ਗਏ, ਇਸ ਤਰ੍ਹਾਂ ਬੇਅਦਬੀ ਹੋਈ, ਤੁਸੀਂ ਵਿਅਕਤੀਆਂ ਨੂੰ ਫੜਿਆ, ਗਲਤ 2 ਵਿਅਕਤੀਆਂ ਨੂੰ ਫੜ ਕੇ ਉਹਨਾਂ ਤੇ ਕੇਸ ਪਾ ਦਿੱਤਾ ਜਦ ਕਿ ਉਹਨਾਂ ਦਾ ਸੰਬੰਧ ਕੋਈ ਨਹੀਂ ਸੀ। ਜੀ ਫਿਰ 2 ਕਮਿਸ਼ਨ ਬਿਠਾਏ ਗਏ ਤੇ ਉਹਨਾਂ ਨੇ ਜਿਹੜੀ ਰਿਪੋਰਟ ਜਾਰੀ ਕੀਤੀ, ਕਮਿਸ਼ਨਰ ਨੇ ਜਿਹੜੀ ਰਿਪੋਰਟ ਦਿੱਤੀ, ਤੁਸੀਂ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ। ਜੀ ਗੋਲੀ ਕਾਂਡ ਹੋ ਗਿਆ, ਫੁਟੇਜ ਹੈ, CCTV ਫੁਟੇਜ ਹੈ, ਉਹੀ ਪੁਰਾਣੀਆਂ ਗੱਲਾਂ ਨੇ ਜੀ ਤੇ ਬਾਦਲ ਜ਼ਿੰਮੇਵਾਰ ਨੇ। ਜੀ ਹੁਣ ਇਸ ਮਾਮਲੇ ਦੇ ਵਿੱਚ ਉਹ ਉੱਥੇ ਸਟਾਪ ਹੋ ਜਾਂਦੇ ਨੇ। ਜੀ 2015 ਤੇ 6 ਸਾਲ ਪੁਰਾਣੀ ਗੱਲ ਹੈ। ਜੀ ਮੰਨ ਲੈਂਦੇ ਆ ਕਿ ਅਕਾਲੀ ਸਰਕਾਰ ਜਾਂ ਭਾਜਪਾ ਸਰਕਾਰ ਨੇ ਮੌਕੇ ਤੇ ਉਦੋਂ ਕੁਝ ਨਹੀਂ ਕੀਤਾ ਤੇ ਹੁਣ ਤੇ 4.5 ਸਾਲ ਹੋ ਗਏ ਨੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ। ਜੀ ਇਸ ਸਵਾਲਾਂ ਦਾ ਜਵਾਬ ਕੌਣ ਦੇਵੇਗਾ? ਕੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਹੁਣ ਕਾਰਵਾਈ ਕੀਤੀ ਹੈ ਨਵੀਂ ਸਿੱਟ ਦੇ ਤਹਿਤ, ਜੀ ਕੀ ਇਨਾਫ ਹੈ ਕਿ ਨਵਜੋਤ ਸਿੰਘ ਸਿੱਧੂ ਚੁੱਪ ਹੋ ਗਏ ਨੇ ਉਸ ਮਾਮਲੇ ਦੇ ਵਿੱਚ? ਜੀ ਪਰਮਰਾਜ ਸਿੰਘ ਉਮਰਾ ਨੰਗਲ ਦਾ ਨਾਰਕੋ ਟੈਸਟ ਹੋਵੇਗਾ ਤੇ ਜਿਹੜੇ ਕਰਵਾਉਣ ਨੂੰ ਨਹੀਂ ਮੰਨੇ ਜੀ ਉਹਨਾਂ ਦਾ ਕੀ ਕਰੋਗੇ? ਜੀ ਉਹਨਾਂ ਦਾ ਟੈਸਟ ਵੀ ਉਹਨਾਂ ਨੇ ਕਿਹਾ ਕਿ ਮੇਰਾ ਸਾਊਥ ਦੀ ਕਿਸੇ ਲੈਬੋਰਟਰੀ ਦੇ ਵਿੱਚ ਕੀਤਾ ਜਾਵੇ, ਮੈਂ ਪੰਜਾਬ 'ਚ ਨਹੀਂ ਕਰਵਾਉਣਾ ਤੇ ਉਸ ਤੋਂ ਪਹਿਲਾਂ ਚੈੱਕ ਕੀਤਾ ਜਾਵੇ ਕਿ ਮੇਰੀ ਸਿਹਤ ਠੀਕ ਹੈ। ਉਹ ਤੇ ਡਾਕਟਰ ਕਹਿੰਦੇ ਨੇ ਕਿ ਚੈੱਕ ਵੈਸੇ ਹੀ ਕੀਤਾ ਜਾਂਦਾ ਹੈ ਜੀ ਜਦੋਂ ਕਿਸੇ ਦਾ ਇਹ ਲਾਈ ਡਿਟੈਕਟਰ ਹੁੰਦਾ ਹੈ। ਜੀ ਉਹ ਟੈਸਟ ਹੋਵੇਗਾ, ਉਹਨਾਂ ਵਿੱਚ ਉਹਨੇ ਕਿਹਾ ਕਿ ਮੈਂ ਮਰੀਜ਼ ਹਾਂ, ਮੈਨੂੰ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਹੋਰ ਇਸ ਤਰ੍ਹਾਂ ਦੀਆਂ ਗੱਲਾਂ ਨੇ। ਇਹ ਸਾਰੀਆਂ ਗੱਲਾਂ ਇੱਕ ਪਾਸੇ ਨੇ, ਪਰ ਨਵਜੋਤ ਸਿੱਧੂ ਦੀ ਗੱਲ, ਨਵਜੋਤ ਸਿੰਘ ਸਿੱਧੂ ਦੇ ਪੈਂਤੜਾ ਜਿਹੜਾ ਆ ਉਹ ਜ਼ਾਹਿਰਾ ਤੌਰ ਤੇ ਆਪਣੀ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਅੰਦਰ ਖਾਤੇ ਦਿਲ ਦੇ ਵਿੱਚ ਭਾਵੇਂ ਨਾ ਸਹੀ ਪਰ ਬਾਹਰੋਂ ਉਹ ਨਰਮ ਪਿਆ ਜਾਪਦਾ ਹੈ। ਜੀ ਤੁਸੀਂ ਕੋ ਪੁੱਛਣ ਲੱਗੇ ਸੀ? ਜੀ ਮੈਂ ਪੁੱਛਣ ਲੱਗੀ ਸੀ, ਇੱਕ ਸਿੱਧੂ ਤਾਂ ਹੋ ਗਿਆ ਸਿਆਸਤ ਵਾਲਾ ਜੀ ਜਿਹਦੀ ਆਪਾਂ ਗੱਲ ਕਰ ਲਈਏ ਜੀ, ਤੇ ਹੁਣ ਇੱਕ ਸਿੱਧੂ ਜਿਹੜਾ ਮਨੋਰੰਜਨ ਦੀ ਦੁਨੀਆ ਦਾ ਬਾਦਸ਼ਾਹ ਕੋ ਆਉਂਦਾ ਹੈ, ਮੂਸੇਵਾਲਾ, ਸਿੱਧੂ ਮੂਸੇਵਾਲਾ, ਉਹਦਾ ਨਾਂ ਬੜਾ ਚਰਚਾ ਵਿੱਚ ਹੈ, ਉਹ ਭਲਾ ਕਿਉਂ ਹੈ? ਚਰਚਾ ਵਿੱਚ ਰਹਿੰਦੇ ਨੇ, ਯੰਗ ਨੇ, ਪੰਜਾਬ ਦੇ ਇੱਕ ਸੀਨੀਅਰ ਆਰਟਿਸਟ ਨੇ ਉਹਨਾਂ ਨੂੰ ਪਿਛਲੇ ਸਾਲ ਸਲਾਹ ਵੀ ਦਿੱਤੀ ਸੀ ਕਿ ਭਾਈ ਬੇਟਾ ਜੀ ਤੁਸੀਂ ਯੰਗ ਹੋ, ਤੁਸੀਂ ਥੋੜਾ ਜਿਹਾ ਹਿਸਾਬ ਨਾਲ ਚੱਲੋ। ਜੀ ਖੈਰ ਉਹ ਰਫਤਾਰ ਹੈ ਉਹਨਾਂ ਦੀ ਆਪਣੀ, ਫੈਨ ਫੋਲੋਇੰਗ ਹੈ ਜੀ, ਵੱਡੇ ਵੱਡੇ ਟਰੈਕਟਰਾਂ ਦਾ ਤੇ ਹਥਿਆਰਾਂ ਦਾ ਜ਼ਿਕਰ ਕਰਨਾ ਬੜਾ ਸ਼ਾਨ ਸਮਝਦੇ ਨੇ ਜੀ। ਪਰ ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਵੀ ਉਹਨਾਂ ਤੇ ਬੈਨ ਲੱਗਿਆ ਸੀ ਕਿ ਇੱਥੇ ਉਹਨਾਂ ਦਾ ਸ਼ੋਅ ਨਹੀਂ ਹੋਵੇਗਾ ਜੀ, ਕਿਉਂਕਿ ਅਸੀਂ ਉਹ ਸਿਕਿਉਰਿਟੀ ਕਹਿੰਦੇ ਅਸੀਂ ਨਹੀਂ ਦੇਖ ਸਕਦੇ, ਰੌਲਾ ਰੱਪਾ ਪੈਂਦਾ, ਖੱਪ ਪੈਂਦੀ ਹੈ ਜੀ। ਯੂਥ ਉਹਨਾਂ ਦੇ ਮਗਰ ਬਹੁਤ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜੀ। ਕੁਝ ਦਿਨ ਪਹਿਲਾਂ ਕੁਝ ਨੌਜਵਾਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਨੌਜਵਾਨ ਕਹਿੰਦੇ ਕਿ ਦੇਖੋ ਅਸੀਂ ਅੰਮ੍ਰਿਤਸਰ ਤੋਂ ਚੱਲ ਕੇ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਘਰ ਆਏ ਆ ਜੀ, ਤੇ ਉਹ ਘਰ ਹੀ ਸੀ ਤੇ ਸਾਨੂੰ ਮਿਲਿਆ ਨਹੀਂ, ਸਾਡੇ ਮੱਥੇ ਨਹੀਂ ਲੱਗਾ ਜੀ। ਹੁਣ ਨੌਜਵਾਨ ਉਹ ਬੜੇ ਨਿਰਾਸ਼ ਆਪਣੇ ਜਿਹੜੇ ਆ ਲੋਕਾਂ ਨੂੰ ਬਿਆਨ ਦੇ ਰਹੇ ਸੀ ਕਿ ਦੇਖੋ ਸਾਡੇ ਨਾਲ ਬੜੀ ਮਾੜੀ ਹੋਈ ਹੈ, ਖਤਮ ਹੈ ਗੱਲ, ਅਸੀਂ ਉਹਨੂੰ ਕੁਝ ਸਮਝਦੇ ਸੀ ਉਹ ਕੁਝ ਨਿਕਲਿਆ ਜੀ। ਖੈਰ ਫੈਨ ਹੋਣਾ ਤੇ ਇਹ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਦੇ ਇੰਨੇ ਵੱਡੇ ਫੈਨ ਹੋਵੋਗੇ ਕਿ ਅੱਖਾਂ ਮੀਟ ਕੇ ਤੁਸੀਂ ਉਸਦੀ ਹਰ ਗੱਲ ਤੇ ਯਕੀਨ ਕਰੋਗੇ ਜਾਂ ਉਸਦੇ ਮਗਰ ਜਾਵੋਗੇ ਤੇ ਜ਼ਾਹਿਰਾ ਤੌਰ ਤੇ ਤੁਹਾਨੂੰ ਕਿਤੇ ਨਾ ਕਿਤੇ ਝਟਕਾ ਲੱਗੇਗਾ ਕਿਉਂਕਿ ਇਨਸਾਨ ਹੈ ਜੀ। ਸਿੱਧੂ ਮੂਸੇਵਾਲਾ ਵੀ ਪੰਜਾਬ ਦਾ ਹੀ ਹੈ ਜੀ, ਇਨਸਾਨ ਹੈ, ਗਲਤੀ ਹਰ ਇੱਕ ਤੋਂ ਹੁੰਦੀ ਹੈ ਤੇ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਵੱਡੇ ਵੱਡੇ ਵਿਅਕਤੀ ਤੋਂ ਹੋ ਜਾਂਦੀ ਹੈ ਤੇ ਫਿਰ ਤੁਹਾਡੇ ਕੋਲ ਜਰ ਨਹੀਂ ਹੋਵੇਗੀ। ਤੁਸੀਂ ਜੋ ਆਸ ਲੈ ਕੇ ਗਏ ਸੀ ਉਸ ਤੇ ਉਹ ਨਹੀਂ ਖਰਾ ਉਤਰਿਆ ਹੋਵੇਗਾ ਪਰ ਤੁਸੀਂ ਫਿਰ ਉਸ ਦੇ ਖਿਲਾਫ ਉੱਥੇ ਬੋਲਣਾ ਸ਼ੁਰੂ ਕੀਤਾ। ਫੈਨ ਫੋਲੋਇੰਗ ਇਹੋ ਜਿਹੀ ਚੀਜ਼ ਹੁੰਦੀ ਹੈ ਕਿ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ ਹਮੇਸ਼ਾ ਜੀ। ਹੁਣ ਪੰਡਿਤ ਰਾਓ ਧਰਨੇਵਰ ਜਿਹੜੇ ਨੇ ਉਹ ਹੈ ਤੇ ਸਾਊਥ ਦੇ ਜੰਪਲ ਨੇ ਜੀ, ਪਰ ਗਵਰਨਮੈਂਟ ਕਾਲਜ ਚੰਡੀਗੜ੍ਹ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਨੇ ਜੀ, ਤੇ ਪੰਜਾਬੀ ਭਾਸ਼ਾ ਬੋਲੀ ਪ੍ਰਤੀ ਉਹਨਾਂ ਦਾ ਲਗਾਅ ਜਿਹੜਾ ਹੈ ਉਹ ਕਿਸੇ ਬਹੁਤ ਜ਼ਿਆਦਾ ਲੁਕਿਆ ਛਿਪਿਆ ਨੇ ਜੀ। ਪੰਜਾਬ ਦੇ ਵਿੱਚ ਸੜਕਾਂ ਤੇ ਬੋਰਡ ਤੇ ਹੋਰਨਾਂ ਜਗ੍ਹਾ ਤੇ ਜਿੱਥੇ ਪੰਜਾਬੀ ਦਾ ਘਾਣ ਕੀਤਾ ਜਾਂਦਾ ਹੈ ਜੀ ਉਸ ਦੇ ਪ੍ਰਤੀ ਉਹ ਹਮੇਸ਼ਾ ਖਲੋਏ ਨੇ ਜੀ ਤੇ ਖਲੋਂਦੇ ਰਹਿੰਦੇ ਨੇ ਜੀ। ਉਹਨਾਂ ਨੇ ਲੱਚਰ ਤੇ ਭੜਕਾਊ ਜਾਂ ਅਸ਼ਲੀਲ ਗਾਇਕੀ ਦੇ ਪ੍ਰਤੀ ਬਾਰ-ਬਾਰ ਸਮੇਂ-ਸਮੇਂ ਤੇ ਉਹਨਾਂ ਨੇ ਬੀੜਾ ਉਠਾਇਆ ਜੀ ਤੇ ਵਿਰੋਧ ਦਾ ਸਾਹਮਣਾ ਉਹਨਾਂ ਨੂੰ ਵੀ ਝੱਲਣਾ ਪਿਆ ਕਈ ਜਗ੍ਹਾ ਤੇ ਜੀ। ਹੁਣ ਸਿੱਧੂ ਮੂਸੇਵਾਲੇ ਦੇ ਫੈਨ ਯੰਗ ਨੇ, ਯੂਥ ਹੈ ਜੀ, ਆਪਣੇ ਤਰ੍ਹਾਂ ਦਾ ਜਜ਼ਬਾ ਰੱਖਦੇ ਨੇ, ਉਹ ਕਹਿੰਦੇ ਨੇ ਕਿ ਸਿੱਧੂ ਮੂਸੇਵਾਲਾ ਸਾਡਾ ਹੀਰੋ ਆ ਜੀ, ਸਾਡੀ ਭਾਵਨਾਵਾਂ ਦੀ ਕਦਰ ਕਰਦਾ, ਸਾਡੀ ਗੱਲ ਕਰਦਾ ਹੈ, ਕੌਮ ਦੇ ਹੱਕ ਦੀ ਗੱਲ ਕਰਦਾ ਹੈ, ਪੰਜਾਬੀਆਂ ਦੀ ਗੱਲ ਕਰਦਾ ਹੈ, ਕਿਸਾਨਾਂ ਦੀ ਕਰਦਾ, ਉਹ ਉਸ ਤਰੀਕੇ ਨਾਲ ਦੇਖਦੇ ਨੇ ਜੀ। ਹੁਣ ਆਰਟਿਸਟ ਨੇ ਉਹ ਤੇ ਉਹ ਬਹਿਸ ਪੈਂਦੇ ਨੇ ਜੀ ਪ੍ਰੋਫੈਸਰ ਸਾਹਿਬ ਨਾਲ। ਪ੍ਰੋਫੈਸਰ ਸਾਹਿਬ ਨੇ ਇੱਕ ਵਾਰੀ ਹੁਣ ਉਹਨਾਂ ਦੇ ਖਿਲਾਫ ਇੱਕ ਵੱਡੇ ਪੁਲਿਸ ਅਧਿਕਾਰੀ ਨੂੰ ਮਿਲ ਕੇ ਕੇਸ ਦਰਜ ਕਰਾਉਣ ਦੀ ਗੱਲ ਕੀਤੀ ਹੈ ਸਿੱਧੂ ਮੂਸੇਵਾਲੇ ਦੇ ਖਿਲਾਫ ਜੀ। ਇੱਕ ਗੀਤ ਦੀ ਵਰਡਿੰਗ ਹੈ, ਕੁਛ ਟਾਈਟਲ ਹੈ ਜੀ, ਉਸ ਦੇ ਵਿੱਚ ਕਿਸੇ ਲਫ਼ਜ਼ ਤੇ ਉਹਨਾਂ ਨੂੰ ਇਤਰਾਜ਼ ਹੈ ਜੀ, ਤੇ ਫਿਰ ਗੀਤ ਦੇ ਇਹ ਜਿਹੜਾ ਟਾਈਟਲ ਹੈ ਉਸ ਤੇ ਗੀਤ ਦੇ ਅੰਦਰ ਕੁਝ ਲਫ਼ਜ਼ ਵਰਤੇ ਗਏ ਨੇ ਜੀ ਜਿਸ ਵਿੱਚ ਉਹ ਅਸਲਿਆਂ ਦੀ ਗੱਲ ਕਰਦਾ ਹੈ ਜੀ। ਕੁਛ ਵਰਡਿੰਗ ਹੈ ਕਿ ਤੇਰੇ ਕੋਲ ਇਸ ਤਰ੍ਹਾਂ ਦੇ ਅਸਲੇ ਨੇ ਜਾਂ 7 ਨੇ ਜਾਂ ਜਿੰਨੇ ਵੀ ਨੇ ਜੀ, ਕਈ ਤਰ੍ਹਾਂ ਦੇ ਨੇ ਅਸਲੇ ਨੇ ਜੀ, ਅਸਲਿਆਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਜੀ। ਹੁਣ ਉਸ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦਾ ਨਾਮ ਆਉਂਦਾ ਜੀ, ਉਹ ਲੜਕੀ ਸਬ ਇੰਸਪੈਕਟਰ ਹੈ ਪੰਜਾਬ ਪੁਲਿਸ ਦੇ ਵਿੱਚ ਜੀ, ਤੇ ਉਹ ਸਬ ਇੰਸਪੈਕਟਰ ਜਿਹੜੀ ਆ ਉਹ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਵਿੱਚ ਰੋਲ ਕਰ ਰਹੀ ਹੈ, ਮਾਡਲਿੰਗ ਕਰ ਰਹੀ ਹੈ ਜੀ।
ਹੁਣ ਉਹ ਲੜਕੀ ਨੂੰ ਅਧਿਕਾਰ ਕੀ ਇਹ ਕਾਨੂੰਨ ਦਿੰਦਾ ਹੈ ਕਿ ਉਹ ਸਬ ਇੰਸਪੈਕਟਰ ਹੋਣ ਦੇ ਨਾਤੇ ਇਸ ਤਰ੍ਹਾਂ ਗਾਣੇ ਦੇ ਵਿੱਚ ਉਹ ਪੇਸ਼ ਹੋ ਸਕਦੀ ਹੈ? ਸ਼ਾਇਦ ਹੋਵੇਗਾ ਜੀ, ਠੀਕ ਹੈ, ਉਸ ਦਾ ਹੱਕ ਹੈ। ਪਰ ਉਹਨਾਂ ਨੇ ਗੱਲ ਇਹ ਕੀਤੀ ਹੈ ਪੰਡਿਤ ਜੀ ਨੇ, ਉਹ ਕਹਿੰਦੇ ਜੀ ਕਿ ਦੇਖੋ ਉਹ ਇੱਕ ਜ਼ਿੰਮੇਵਾਰ ਅਫਸਰ ਹੋਣ ਦੇ ਨਾਤੇ ਉਹਨਾਂ ਨੂੰ ਇਹਨਾਂ ਗੱਲਾਂ ਦੇ ਵਿੱਚ ਜਿੱਥੇ ਹਥਿਆਰਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੋਵੇ ਜਾਂ ਕਿਸੇ ਲੱਚਰ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੋਵੇ ਜੀ, ਤੇ ਇੱਥੇ ਉਹਨਾਂ ਨੂੰ ਦਖਲ ਨਹੀਂ ਦੇਣਾ ਚਾਹੀਦਾ, ਇੱਥੇ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਜੀ। ਉਹਨਾਂ ਨੇ ਕੁਝ ਜਾਣਕਾਰੀ ਮੰਗੀ ਹੈ ਅਦਾਲਤ ਤੋਂ, ਜਿਸ ਦੇ ਤਹਿਤ ਉਹਨਾਂ ਨੇ ਕਿਹਾ ਕਿ ਇੱਕ ਤਾਂ ਇਹ ਦੱਸੋ ਕਿ ਕੀ ਇਸ ਗਾਣੇ ਦੀ ਜਿਹੜੀ ਸੈਂਸਰਸ਼ਿਪ ਤੋਂ ਪ੍ਰਵਾਨਗੀ ਲਈ ਗਈ ਹੈ ਜੀ, ਇਸ ਦੇ ਟਾਈਟਲ ਦੀ, ਇਸ ਦੇ ਲਫ਼ਜ਼ਾਂ ਦੀ, ਇਸ ਦੀ ਸ਼ੂਟਿੰਗ ਜਿਹੜੀ ਹੈ ਪਿੱਛੇ ਜਿਹੀ ਥੋੜ੍ਹੇ ਦਿਨ ਕੁਝ ਦਿਨ ਪਹਿਲਾਂ ਹੀ ਹੋਈ ਆ ਜੀ, ਕੀ ਇਸ ਦੇ ਬਾਰੇ ਕਿੰਨੀ ਕੁ ਜਾਣਕਾਰੀ ਹੈ ਸੈਂਸਰ ਬੋਰਡ ਨੂੰ, ਜਾਂ ਕਿੰਨੇ ਕੁ ਵਿਅਕਤੀਆਂ ਨੇ ਇਸ ਨੂੰ ਪ੍ਰੋਪਰ ਚੈਨਲ ਦੇ ਥਰੂ ਜਿਹੜਾ ਹੈ ਉਹ ਪਾਸ ਕਰਵਾਉਣ ਦੇ ਵਿੱਚ ਕੋਸ਼ਿਸ਼ ਕੀਤੀ ਹੈ? ਜੀ। ਸੋ ਉਹ ਇੱਕ ਵਾਰੀ ਖੜਕੇ ਹੋਏ ਨੇ ਜੀ, ਤੇ ਮੈਂ ਤੇ ਇਹੋ ਉਮੀਦ ਕਰਦਾ ਕਿ ਸਿੱਧੂ ਮੂਸੇਵਾਲਾ ਨੂੰ, ਠੀਕ ਹੈ ਨੌਜਵਾਨਾਂ ਦੇ ਆਈਕਨ ਉਹ ਹੋ ਸਕਦੇ ਨੇ, ਪਰ ਉਹਨਾਂ ਨੂੰ ਆਪਣੇ ਇੱਕ ਥੋੜਾ ਜਿਹਾ ਜ਼ਾਬਤੇ ਦੇ ਵਿੱਚ ਰਹਿ ਕੇ ਬਾਕੀਆਂ ਨੂੰ ਵੀ ਕੌਨਫੀਡੈਂਸ 'ਚ ਲੈਣਾ ਚਾਹੀਦਾ। ਜੇ ਨੌਜਵਾਨ, ਇਹ ਛੋਟੀ ਗੱਲ ਨਹੀਂ ਹੈ ਕਿ ਕਿਸੇ ਦੇ ਮਗਰ ਕੋਈ ਕਿਸੇ ਇਲਾਕੇ ਦਾ, ਕਿਸੇ ਸਟੇਟ ਦਾ ਯੂਥ ਨੌਜਵਾਨੀ ਮਗਰ ਲੱਗੀ ਹੋਵੇ, ਤੇ ਜੇ ਤੁਸੀਂ ਉਹਨਾਂ ਨੂੰ ਵਧੀਆ ਸੇਧ ਦੇ ਸਕੋ ਤੇ ਉਹ ਤੋਂ ਵੱਧ ਕੁਝ ਹੋ ਨਹੀਂ ਸਕਦਾ ਜੀ। ਤੁਸੀਂ ਅਗਰ ਉਹਨਾਂ ਦੀ, ਪ੍ਰੋਫੈਸਰ ਸਾਹਿਬ ਦੀ ਗੱਲ ਸੁਣ ਲਓ ਬਜਾਏ ਇਸ ਦੇ, ਜਾਂ ਕਿਸੇ ਹੋਰ ਦੀ ਵੀ, ਵਿਦਵਾਨ ਦੀ ਵੀ ਤੁਸੀਂ ਸੁਣ ਲਓ, ਤੇ ਉਹ ਮਾੜਾ ਨਹੀਂ ਰਹੇਗਾ, ਤੁਹਾਡੇ ਹੱਕ ਵਿੱਚ ਕੰਮ ਕਰੇਗਾ, ਤੁਹਾਡੀ ਇੱਜ਼ਤ ਹੋਰ ਵਧੇਗੀ ਲੋਕਾਂ ਦੇ ਵਿੱਚ। ਸੋ ਇੰਨੀ ਗੱਲ ਹੈ ਜੀ। ਕੁਲਦੀਪ ਜੀ, ਹਥਿਆਰਾਂ ਦੀ ਗੱਲ ਕੀਤੀ, ਉਹ ਤਾਂ ਚਲੋ ਗਾਇਕ ਕਲਾਕਾਰ ਹੈ, ਪਰ ਸਾਡੇ ਸਿਆਸਤਦਾਨ ਵੀ ਹਥਿਆਰਾਂ ਦਾ ਆਮ ਤੌਰ ਤੇ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਨੇ। ਪਿਛਲੇ ਦਿਨੀ ਤੇਲ ਕੀਮਤਾਂ ਨੂੰ ਲੈ ਕੇ ਕਾਂਗਰਸੀ ਆਗੂਆਂ ਵੱਲੋਂ, ਨੌਜਵਾਨ ਆਗੂਆਂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੀ, ਉਹਦੇ ਵਿੱਚ ਵੀ ਹਥਿਆਰ ਸਾਫ਼ ਤੌਰ ਤੇ ਨਜ਼ਰ ਆਉਂਦੇ ਸੀ। ਇਹਦੇ ਬਾਰੇ ਕੀ ਕਹੋਗੇ ਤੁਸੀਂ? ਹਥਿਆਰਾਂ ਬਾਰੇ, ਪੰਜਾਬੀਆਂ ਦੇ ਸ਼ੌਕ ਜਿਹੜੇ ਨੇ ਜਾਂ ਹੋਰ ਵਸਤਾਂ ਬਾਰੇ ਜੀ, ਮੈਂ ਹੁਣ ਫਿਰ ਉਹ ਨਾਮ ਲੈਣ ਵਾਲੀ ਗੱਲ ਹੋ ਜਾਵੇਗੀ ਜੀ, ਪਰ ਆਮ ਤੌਰ ਤੇ ਅਸੀਂ ਆਪਣੇ ਥੋੜੇ ਗਾਣੇ ਦੇਖ ਲਈਏ ਤੇ ਇਹਨਾਂ ਦੇ ਵਿੱਚ ਕੁਝ ਬ੍ਰਾਂਡ ਬਹੁਤ ਪ੍ਰਮੋਟ ਕੀਤੇ ਜਾਂਦੇ ਨੇ, ਜਿਨ੍ਹਾਂ ਬਾਰੇ ਅਸੀਂ ਬੜਾ ਹੁੱਬ ਕੇ ਬਿਆਨ ਕਰਦੇ ਹਾਂ ਕਿ ਫਲਾਣੇ ਕੋਲ ਆਹ ਬ੍ਰਾਂਡ ਹੈ, ਪਰਫਿਊਮ ਦੇ ਬ੍ਰਾਂਡ ਹੈ, ਹਥਿਆਰਾਂ ਦੇ ਬ੍ਰਾਂਡ ਨੇ, ਟਰੈਕਟਰਾਂ ਦੇ ਬ੍ਰਾਂਡ ਨੇ, ਕਾਰਾਂ ਦੇ ਬ੍ਰਾਂਡ ਨੇ, ਮੋਟਰਸਾਈਕਲਾਂ ਦੇ ਬ੍ਰਾਂਡ ਨੇ। ਇਹਨਾਂ ਨੂੰ ਅਸੀਂ ਪ੍ਰਦਰਸ਼ਿਤ ਕਰਦੇ ਜਾਂਦੇ ਹਾਂ, ਜਿਵੇਂ ਕੰਪਨੀਆਂ ਨਾਲ ਸਾਡੀ ਕੋਈ ਸਾਂਝ ਹੁੰਦੀ ਹੈ, ਕੋਈ ਭਾਈਵਾਲੀ ਹੁੰਦੀ ਹੈ। ਠੀਕ ਹੈ, ਪੰਜਾਬੀਆਂ ਕੋਲ ਮਾਣ ਕਰਨ ਵਾਲੀਆਂ ਗੱਲਾਂ ਜਿਹੜੀਆਂ ਹਨ, ਪਰ ਇੱਕ ਯੂਥ ਨੇ ਇੱਕ ਅਜੀਬ ਕਿਸਮ ਦਾ ਮੋੜ ਕੱਟਿਆ ਥੋੜੇ ਸਮੇਂ ਤੋਂ। ਮਾਣ ਕਰਨ ਵਾਲੀਆਂ ਗੱਲਾਂ ਇਤਿਹਾਸ ਦੇ ਹਿਸਾਬ ਨਾਲ ਸਾਡੀਆਂ ਕੁਝ ਸਮਾਂ ਪਹਿਲਾਂ ਹੋਰ ਸਨ, ਤੇ ਅੱਜ ਸਾਡੀ ਪ੍ਰਾਇੋਰਟੀਜ਼ ਥੋੜ੍ਹੀਆਂ ਬਦਲ ਗਈਆਂ ਨੇ। ਮੈਂ ਸਮਝਦਾ ਨੌਜਵਾਨਾਂ ਨੂੰ ਥੋੜਾ ਜਿਹਾ ਮੋੜ ਕੱਟਣ ਦੀ ਲੋੜ ਹੈ। ਨੌਜਵਾਨ ਹੀ ਸਨ ਜਿਨ੍ਹਾਂ ਨੇ ਸਿੰਘੂ ਮੋਰਚਾ ਜਾਂ ਜਿਹੜਾ ਸ਼ੰਭੂ ਬਾਰਡਰ ਸੀ ਉਸ ਨੂੰ ਤੋੜ ਕੇ ਉੱਥੇ ਕਾਮਯਾਬੀ ਹਾਸਲ ਕੀਤੀ ਹੈ, ਉੱਥੇ ਪਹੁੰਚੇ ਨੇ। ਇਹ ਨੌਜਵਾਨਾਂ ਦੇ ਕੰਮ ਨੇ ਸਾਰੇ। ਥੋੜਾ ਜਿਹਾ ਜ਼ਾਬਤੇ ਦੇ ਵਿੱਚ ਰਹਿਣ ਤੇ ਸਭ ਕੁਝ ਸਵਾਰਿਆ ਜਾਵੇਗਾ। ਇਸ ਤਰ੍ਹਾਂ ਹਥਿਆਰਾਂ ਦਾ ਪ੍ਰਦਰਸ਼ਨੀ ਕਰਨਾ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ। ਇਸ ਨਾਲ ਮਾੜੇ ਚੰਗੇ ਅਣਸੁਖਾਵੀਆਂ ਘਟਨਾਵਾਂ ਵੀ ਕਈ ਵਾਰ ਵਾਪਰ ਜਾਂਦੀਆਂ, ਜਿਸ ਨਾਲ ਸਾਨੂੰ ਬਾਅਦ ਵਿੱਚ ਪਛਤਾਵਾ ਹੁੰਦਾ ਜੀ। ਗੱਲ ਬ੍ਰਾਂਡਡ ਦੀ ਕੀਤੀ, ਬ੍ਰਾਂਡ ਦੀ ਕੀਤੀ, ਮੈਨੂੰ ਲੱਗਦਾ ਹੈ ਕਿ ਸਾਡੀ ਸੋਚ ਬ੍ਰਾਂਡਡ ਹੋਣੀ ਚਾਹੀਦੀ, ਕੱਪੜੇ ਜਾਂ ਸਾਡਾ ਪਹਿਨਾਵਾ। ਬਿਲਕੁਲ ਠੀਕ ਹੈ ਜੀ। ਤੇ ਇਸ ਵੇਲੇ ਕੁਲਦੀਪ ਜੀ ਮੁੱਦੇ ਤਾਂ ਹੋਰ ਵੀ ਨੇ, ਪਰ ਸਮਾਂ ਖਤਮ ਹੈ ਅੱਜ ਦੇ ਪ੍ਰੋਗਰਾਮ ਦਾ। ਤੁਸੀਂ ਸਟੂਡੀਓ 'ਚ ਆਏ, ਵਿਸਥਾਰ ਨਾਲ ਹਰ ਮੁੱਦੇ ਤੇ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਦੇ ਵਿਚਾਰ ਚਰਚਾ ਦੇ ਇਸ ਅੰਕ ਨਾਲ ਜੁੜਨ ਲਈ। ਫੇਰ ਤੋਂ ਹੋਵੇਗੀ ਨਵੇਂ ਮੁੱਦਿਆਂ ਨਾਲ ਨਵੀਂ ਮੁਲਾਕਾਤ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।